ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਨੂੰ। ਅੱਜ ਦਾ ਵਿਚਾਰ ਜਿਹੜਾ ਆ ਅੱਜ ਉਹ ਸਾਂਝਾ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਨਾਲ, ਜੋ ਕਿ ਪੰਜਾਬ ਦੀ ਜਾਨੀ ਮਾਨੀ ਸ਼ਖਸੀਅਤ ਆ, ਕਿਉਂਕਿ ਅਕਸਰ ਹੀ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਉਹ ਹਮੇਸ਼ਾ ਹੀ ਆਪਣੀ ਵਿਵਾਕ ਟਿੱਪਣੀ ਕਰਦੇ ਰਹਿੰਦੇ ਆ। ਤੇ ਨਾਲ ਹੀ ਗੱਲ ਕਰਾਂਗੇ ਕਿਸਾਨੀ ਅੰਦੋਲਨ ਦਾ ਕਿੰਨਾ ਪ੍ਰਭਾਵ ਇਸ ਵੇਲੇ ਪੱਛਮੀ ਬੰਗਾਲ ਦੀ ਚੋਣ ਵਿੱਚ ਦੇਖਿਆ ਜਾ ਰਿਹਾ, ਕਿਉਂਕਿ ਉਹ ਮੌਕੇ ਤੇ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਵਿਜ਼ਿਟ ਕਰਕੇ ਆਏ ਆ। ਗਰਾਊਂਡ ਤੇ ਕੀ ਹਾਲਾਤ ਆ, ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਾਂ ਉੱਥੋਂ ਦੀ ਵੀਡੀਓ ਆ ਰਹੀਆਂ, ਉਹ ਸਾਰੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਪ੍ਰੋਫੈਸਰ ਮਨਜੀਤ ਕੋਲ। ਤੇ ਨਾਲ ਲੱਗਦੇ ਹੱਥ ਗੱਲ ਕਰਾਂਗੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਅੱਜ ਈਵੀਐਮ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਚੁੱਕੇ ਗਏ ਆ। ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਸਵਾਗਤ ਕਰਦੇ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗੁਰਨਾਮ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਹੁਣੇ ਹੁਣੇ ਪੱਛਮੀ ਬੰਗਾਲ ਤੋਂ ਆਏ ਹੋ। ਜੋ ਤਸਵੀਰਾਂ ਆ ਰਹੀਆਂ ਮੀਡੀਆ ਦੇ ਵਿੱਚ, ਵਾਕਿਆ ਹੀ ਉਹ ਤਸਵੀਰਾਂ ਜਿਹੜੀਆਂ ਵੱਡੇ ਵੱਡੇ ਇਕੱਠ ਹੋਏ ਤੁਹਾਡੇ ਉੱਥੇ ਕਿਸਾਨ ਜਥੇਬੰਦੀਆਂ ਦੀ ਰੈਲੀ ਦੇ ਵਿੱਚ ਜਾਂ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਜਿਹੜੀਆਂ ਹੋਈਆਂ, ਉਹ ਗਰਾਊਂਡ ਤੇ ਬਿਲਕੁਲ ਇਸੇ ਤਰ੍ਹਾਂ ਦੇ ਕਿ ਜਾਂ ਤੁਸੀਂ ਹੋਰ ਕੋਈ ਅਲੱਗ ਤਸਵੀਰ ਦੇਖ ਕੇ ਆਏ ਹੋ? ਦੇਖੋ, ਪਹਿਲਾਂ ਤਾਂ ਮੈਂ ਆਊਟਰਾਈਟਲੀ ਕਹਿ ਦਿਆਂ ਕਿ ਜਿੰਨੇ ਵੀ ਇੱਥੋਂ ਸਾਡੇ ਕਿਸਾਨ ਲੀਡਰ ਗਏ ਸੀ ਉਹਨਾਂ ਦਾ ਬੜਾ ਭਰਵਾਂ ਸਵਾਗਤ ਕੀਤਾ ਗਿਆ, ਖਾਸ ਕਰ ਪੰਜਾਬੀ ਭਾਈਚਾਰੇ ਵੱਲੋਂ। ਔਰ ਉੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਦਿਨ ਕੰਪੇਨ ਕੀਤੀ ਗਈ। ਇੱਕ ਦਿਨ ਪਹਿਲਾ ਦਿਨ ਜਿਹੜਾ ਸੀਗਾ ਉਹ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦਾ ਦਿਨ ਸੀ। ਤੇ ਇਸ ਦੌਰਾਨ ਦੇਖੋ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਵੀ, ਵੱਡੀਆਂ ਪਬਲਿਕ ਰੈਲੀਆਂ ਹੋਈਆਂ, ਰੋਡ ਸ਼ੋਅ ਹੋਇਆ। ਇਸੇ ਤਰੀਕੇ ਨਾਲ ਨੰਦੀਗ੍ਰਾਮ ਦੇ ਵਿੱਚ ਜਾ ਕੇ ਰੈਲੀ ਕੀਤੀ ਗਈ। ਔਰ ਆਸਨਸੋਲ ਦੇ ਵਿੱਚ ਲਾਸਟ ਰੈਲੀ ਸੀ। ਉਦੋਂ ਪਹਿਲਾਂ ਦੁਪਹਿਰ ਤੋਂ ਪਹਿਲਾਂ ਕਹਿ ਲਓ ਕਿ ਸਿੰਗੂਰ ਦੇ ਵਿੱਚ ਵੀ ਇੱਕ ਰੈਲੀ ਕੀਤੀ ਗਈ। ਇਹਦੇ ਵਿੱਚ ਪੰਜਾਬੀ ਭਾਈਚਾਰਾ ਦੇ, ਕਿਉਂਕਿ ਅਸੀਂ ਪੰਜਾਬ ਤੋਂ ਕਾਫੀ ਲੀਡਰ ਗਏ ਸੀਗੇ, ਜਿਵੇਂ ਗੁਰਨਾਮ ਸਿੰਘ ਚੜੂਨੀ ਹਰਿਆਣੇ ਤੋਂ ਸੀਗੇ, ਬਲਬੀਰ ਸਿੰਘ ਰਾਜੇਵਾਲ, ਇਸੇ ਤਰੀਕੇ ਨਾਲ ਕਾਦੀਆਂ ਜੀ ਗਏ ਹੋਏ ਸੀਗੇ, ਨਾਲ ਅਮਰਜੀਤ ਸਿੰਘ ਰੜਾ ਉਹ ਵੀ ਉੱਥੇ ਪਹੁੰਚੇ ਸੀ। ਇਸ ਤਰ੍ਹਾਂ ਪੰਜਾਬ ਤੋਂ ਕਾਫੀ ਲੀਡਰ ਜਾਣੀ ਪੱਗਾਂ ਵਾਲੇ ਜਿਹੜੇ ਦਿਖਦੇ ਸੀ ਦੂਰੋਂ। ਤੇ ਰਕੇਸ਼ ਟਕੈਤ ਉਹਨਾਂ ਦੇ ਭਰਾ ਯੁੱਧਵੀਰ ਵੀ ਉੱਥੇ ਸੀਗੇ। ਰਾਜਸਥਾਨ ਤੋਂ ਵੀ ਸਰਦਾਰ ਹੀ ਸੀਗੇ, ਉਹ ਲੰਬੇ ਉੱਚੇ ਚੌੜੇ ਰਾਜਿੰਦਰ ਸਿੰਘ ਰਾਜੂ ਵੀ ਉੱਥੇ ਗੰਗਾਨਗਰ ਤੋਂ ਪਹੁੰਚੇ ਹੋਏ ਸੀ। ਤੇ ਇਹਦੇ ਕਰਕੇ ਪੰਜਾਬੀਆਂ ਨੂੰ ਤੇ ਬਹੁਤ ਜਿਸ ਤਰ੍ਹਾਂ ਪੱਬਾਂ ਭਾਰ ਹੋ ਕੇ ਉਹਨਾਂ ਨੇ ਸਾਡਾ ਸਵਾਗਤ ਵੀ ਕੀਤਾ। ਇਹਨਾਂ ਰੈਲੀਆਂ ਦਾ ਆਯੋਜਨ ਵੀ ਕੀਤਾ। ਬਹੁਤ ਸਾਰੀਆਂ ਹੋਰ ਘੱਟ ਗਿਣਤੀਆਂ ਜਿਹੜੀਆਂ ਲੋਕਲ ਸੀਗੀਆਂ ਉਹਨਾਂ ਨੇ ਵੀ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ। ਨਾਲ ਹੀ ਜਿਹੜੇ ਬੰਗਾਲੀ ਖਾਸ ਕਰ ਵਰਕਰ ਤੇ ਕਿਸਾਨ ਜਿਹੜੇ ਆ ਉਹਨਾਂ ਨੇ ਵੀ ਇਹਦੇ 'ਚ ਸ਼ਮੂਲੀਅਤ ਕੀਤੀ। ਪਰ ਇੱਕ ਗੱਲ ਬੰਗਾਲ ਦਾ ਤੇ ਪੰਜਾਬ ਦਾ ਗੁਰਨਾਮ ਜੀ ਬੜਾ ਸਾਫ਼ ਫਰਕ ਹੈਗਾ ਕਿ ਇੱਥੇ MSP ਦਾ, ਜ਼ਮੀਨ ਖੁੱਸ ਜਾਣ ਦਾ ਡਰ, ਇਹ ਸਾਰੇ ਜਿਹੜੇ ਮੁੱਦੇ ਆ ਉਹ ਇੱਕ ਐਨ ਘਰ ਘਰ ਬੱਚੇ ਤੱਕ ਪਹੁੰਚ ਗਏ ਆ। ਪਰ ਇਸ ਦੀ ਜਿਹੜੀ ਗਰਮਾਇਸ਼ ਹੈ ਜਾਂ ਇਸ ਦੀ ਜਿਹੜੀ ਉਹ ਚਿੰਤਾ, ਉਹ ਅਜੇ ਪੱਛਮੀ ਬੰਗਾਲ 'ਚ ਥੱਲੇ ਕਿਸਾਨੀ 'ਚ ਉਸ ਪੱਧਰ ਤੇ ਟਰੈਵਲ ਨਹੀਂ ਕੀਤੀ ਅਜੇ। ਤੇ ਸਾਡਾ ਇੱਕ ਬਹੁਤ ਮੌਕੇ ਸਿਰ ਜਦੋਂ ਕਿ ਉੱਥੇ ਵੋਟਾਂ ਦਾ ਪੂਰਾ ਯੁੱਧ ਭਖਿਆ ਹੋਇਆ, ਉਹਦੇ 'ਚ ਇਹ ਗੱਲ ਜਾ ਕੇ ਕਰਨੀ ਇਹ ਬੜੀ ਐਨ ਮੌਕੇ ਤੇ ਸੀ, ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਖਾਸ ਕਰਕੇ TMC, ਉਹ ਇਸ ਨੂੰ ਪੂਰੇ ਵੱਡੇ ਪੱਧਰ ਤੇ ਪ੍ਰਚਾਰ ਨਾਲ ਉਹਨਾਂ ਨੇ ਸ਼ੁਰੂ ਕੀਤਾ ਕਿ ਆਉਣ ਵਾਲੇ ਸਮੇਂ 'ਚ ਕਿਵੇਂ ਇਹ ਦੇਸ਼ ਅਡਾਨੀ ਅੰਬਾਨੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਇਹ ਮੀਡੀਆ 'ਚ ਉੱਥੇ ਕਾਫੀ, ਵਰਨਾਕੂਲਰ ਮੀਡੀਆ 'ਚ ਵੀ ਤੇ ਈਵਨ ਜਿਹੜਾ ਅੰਗਰੇਜ਼ੀ ਅਖਬਾਰ ਵੀ ਆ ਉਹਨਾਂ 'ਚ ਇਹ ਉੱਥੇ ਕਾਫੀ ਚੱਲਦਾ ਰਿਹਾ, ਜਿੰਨੀਆਂ ਅਖਬਾਰ ਅਸੀਂ ਉੱਥੇ ਦੇਖਦੇ ਰਹੇ। ਤੇ ਤੁਸੀਂ ਪੁੱਛੋਗੇ ਕਿ ਫਿਰ ਉੱਥੇ ਇੱਕ ਤੇ ਇਹ ਸਾਰਿਆਂ ਨੂੰ ਐਂਗਜ਼ਾਇਟੀ ਜਾਂ ਐਂਕਸ਼ੀਅਸ ਆ ਲੋਕ ਦੇ ਸੁਣ ਲਈ ਕਿ ਕੀ BJP ਜਿੱਤੂਗੀ, TMC ਜਿੱਤੂਗੀ, ਕੀ ਕਿ ਜੇ ਕਾਂਗਰਸ ਦਾ ਤੇ ਲੈਫਟ ਫਰੰਟ ਦਾ, ਜਿਵੇਂ ਉਹਨਾਂ ਨੇ ਪਿੱਛੇ ਜੇ ਭਰਵੀਂ ਰੈਲੀ ਕੀਤੀ ਹੈ, ਤੇ ਜੇ ਵੋਟਾਂ ਡਿਵਾਈਡ TMC ਤੇ ਇਹਨਾਂ ਦੇ ਕਾਂਗਰਸ ਔਰ ਲੈਫਟ ਫਰੰਟ ਦੇ ਜਿਹੜਾ ਜੁਆਇੰਟ ਹੈਗਾ, ਇਹਨਾਂ ਦੇ ਵਿਚਾਲੇ ਵੰਡੀਆਂ ਗਈਆਂ, ਤੇ ਕੀ ਆਪਣੀ ਗੱਡੀ ਅੱਗੇ ਕੱਢ ਕੇ ਇਸ ਜਿਹੜੀ ਬਿੱਲੀਆਂ ਦੀ ਵੰਡ ਚੋਂ ਬਾਂਦਰ ਤੇ ਨਹੀਂ ਆਪਣਾ ਬਾਜੀ ਮਾਰ ਜਾਊਗਾ। ਇਸ ਕਿਸਮ ਦੀ ਲੋਕਾਂ ਦੀ ਚਰਚਾ ਤੇ ਚਿੰਤਾਵਾਂ ਹੈਗੀਆਂ। ਮੈਂ ਇੱਥੇ ਆਪਣੇ ਅਨੁਭਵ ਤੋਂ ਜਿੰਨਾ ਕੁ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਪਤਾ ਲੱਗਿਆ, ਲੋਕਲ ਮੀਡੀਆ 'ਚ ਜਿਹੜੀਆਂ ਡਿਬੇਟ ਸੀ ਉਹਨੂੰ ਸੁਣਨ ਤੋਂ ਪੜ੍ਹਨ ਤੋਂ ਇਹ ਪਤਾ ਚੱਲਿਆ ਕਿ ਇਸ ਵੇਲੇ ਜ਼ਿਆਦਾਤਰ ਟੱਕਰ ਜਿਹੜੀ ਸਿੱਧੀ ਆ ਉਹ BJP ਦੀ ਆ, ਔਰ ਦੂਜੇ ਪਾਸੇ TMC ਹੈਗੀ। TMC ਨੂੰ ਥੋੜੀ ਬਹੁਤ ਐਂਟੀ ਇਨਕੰਬੈਂਸੀ ਤੇ ਹੋਊਗੀ, ਜਿਹੜਾ ਵੀ ਰਾਜ 5 ਸਾਲ ਕੱਢ ਲੈਂਦਾ
ਉਸ ਦੀ ਐਂਟੀ ਜੀ ਇਨਕੰਬੈਂਸੀ। ਪਰ ਸਾਡੇ ਹੀ ਦੇਸ਼ ਦੇ ਵਿੱਚ ਇਹ ਵੀ ਹੈ ਕਿ ਜਿਵੇਂ 15 ਸਾਲ ਕਾਂਗਰਸ ਲਗਾਤਾਰ ਦਿੱਲੀ 'ਚ ਰਾਜ ਕਰਦੀ ਰਹੀ ਤੇ ਉਦੋਂ ਬਾਅਦ ਜਿਹੜਾ ਜਦੋਂ ਡਿੱਗਣ ਲੱਗੀ ਤੇ ਫਿਰ ਬੜੀ ਮੂਧੇ ਮੂੰਹ ਡਿੱਗੀ। ਇਸ ਤਰ੍ਹਾਂ ਲੈਫਟ ਜਿਹੜੇ 30 ਸਾਲ ਤੋਂ ਉੱਪਰ ਲਗਾਤਾਰ ਰਾਜ ਕਰਦੇ ਰਹੇ, ਹਾਂ ਕਰਦੇ ਰਹੇ, ਜਦੋਂ ਡਿੱਗੇ ਤੇ ਫਿਰ ਹੁਣ ਉੱਥੇ ਤੀਲਾ ਤੀਲਾ ਮਤਲਬ ਇੰਝ ਹੁੰਦਾ। ਇੱਥੇ ਵੀ ਤੇ ਅਕਾਲੀ ਦਲ 2 ਸਾਲ ਦੋ ਟਰਮ ਲਈ ਲਗਾਤਾਰ ਰਾਜ ਕਰਦੇ ਗਏ, ਜਦ ਕਿ ਇਹ ਇੱਕ ਬੜਾ ਰੇਅਰ ਚਾਂਸ ਸੀਗਾ। ਜਨਰਲੀ 5 ਸਾਲਾਂ ਬਾਅਦ ਪੰਜਾਬੀ ਥੱਕ ਕੇ ਦੂਜੇ ਨੂੰ ਕਾਠੀ ਪਾ ਲੈਂਦੇ ਆ ਤੇ ਨਵੀਂ ਪਾਰਟੀ ਵੱਲ ਚਲੇ ਜਾਂਦੇ। ਉੱਥੇ ਦਾ ਮੈਨੂੰ ਮਾਹੌਲ ਇਸ ਵੇਲੇ ਜੋ ਥੱਲੇ ਰਿਪੋਰਟਾਂ ਮੀਡੀਆ ਤੋਂ ਹੋਰਨਾਂ ਤੋਂ ਲੋਕਾਂ ਨਾਲ ਗੱਲ ਕਰਨ ਤੋਂ ਇਹ ਲੱਗ ਰਿਹਾ ਕਿ ਅਜੇ ਬਹੁਤ ਉਸ ਤਰੀਕੇ ਨਾਲ ਓਪਨਲੀ ਤੇ ਨਹੀਂ, ਬੜੇ ਸਿਆਣੇ ਬੰਦੇ ਆ, ਬੜੇ ਧਿਆਨ ਨਾਲ ਗੱਲ ਕਰਦੇ ਆ, ਪਰ ਇਹ ਹੈ ਕਿ TMC ਅਜੇ ਬੀਜੇਪੀ ਨਾਲੋਂ ਕਾਫੀ ਅੱਗੇ ਹੈ। ਇਹੀ ਚਿੰਤਾ ਬੀਜੇਪੀ ਨੂੰ ਬੜੀ ਵੱਡੀ ਖਾਈ ਜਾ ਰਹੀ ਆ ਕਿ ਜੇ ਉਹ ਪੱਛਮੀ ਬੰਗਾਲ 'ਚ ਹਾਰਦੇ ਆ, ਜਿੱਥੇ ਉਹਨਾਂ ਨੇ ਪੂਰੀ ਨਫ਼ਰਤ ਤੇ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਧਰਮ ਦੇ ਨਾਂ ਤੇ, ਕਿਵੇਂ ਰਾਮ ਜੀ ਨੂੰ ਵੀ ਰਾਜਨੀਤੀ 'ਚ ਖਿੱਚ ਕੇ ਲੈ ਆਏ ਤੇ ਜੈ ਸ਼੍ਰੀ ਰਾਮ ਉੱਥੇ ਹੋ ਰਿਹਾ। ਉਹ ਰਾਮ ਨਹੀਂ ਜਿਹਨੂੰ ਅਸੀਂ ਮੰਨਦੇ ਹਾਂ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹ ਰਾਮ ਨਹੀਂ ਆਏ। ਇਹਨਾਂ ਦਾ ਰਾਮ ਉਹ ਹੈ ਜਿਹੜਾ ਖੜਾ ਹੁੰਦਿਆਂ ਹੀ ਘੱਟ ਗਿਣਤੀਆਂ ਵੱਲ ਤੀਰ ਚਲਾਉਣੇ ਸ਼ੁਰੂ ਕਰ ਦਿੰਦਾ, ਮੁਸਲਮਾਨਾਂ ਵੱਲ, ਹੋਰ ਵੀ ਕੋਈ ਵੀ ਘੱਟ ਗਿਣਤੀਆਂ ਹੋਣ, ਗਰੀਬਾਂ ਵੱਲ ਜਾਂ ਦਲਿਤਾਂ ਵੱਲ, ਇਹ ਜਾਂ ਔਰਤਾਂ ਵੱਲ। ਇਸ ਕਿਸਮ ਦਾ ਰਾਜਨੀਤੀਕਰਨ ਉਸ ਧਰਮ ਨੂੰ ਕਰਕੇ ਜੋ ਉੱਥੇ ਫਿਰਕਾ ਪ੍ਰਸਤੀ ਦੀ ਜ਼ਹਿਰ ਭਰੀ ਜਾ ਰਹੀ ਹੈ, ਪੋਲਰਾਈਜੇਸ਼ਨ ਜਿਹਨੂੰ ਧਰੂਵੀਕਰਨ ਕਹਿੰਦੇ, ਵੋਟਾਂ ਦਾ ਕਰਕੇ ਵੋਟਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹਦੇ ਨਾਲ ਹੀ ਇੱਕ ਹੋਰ ਵੀ ਇਹਨਾਂ ਕੋਲ ਵੱਡਾ ਹਥਿਆਰ ਹੈਗਾ, ਉਹ ਪੈਸਾ। ਬਹੁਤ ਵੱਡੀ ਚੀਜ਼ ਹੈ ਕਿਉਂਕਿ ਗੁਰਬਤ ਤੇ ਸਾਰੀ ਜਗ੍ਹਾ ਆ। ਰੂਰਲ ਏਰੀਏ ਦੇ ਵਿੱਚ ਵੀ ਕਾਫੀ ਗੁਰਬਤ ਹੈਗੀ ਆ, ਉੱਥੇ ਪਛੜੀ ਖੇਤੀ ਹੈਗੀ, ਕੋਈ ਇਹੋ ਜਿਹੀ ਪੰਜਾਬ ਵਰਗੀ, ਹਰਿਆਣੇ ਵਰਗੀ, ਪੱਛਮੀ ਯੂਪੀ ਵਰਗੀ ਖੇਤੀ ਨਹੀਂ ਹੈ। ਕੋਸਟਲ ਏਰੀਏ ਦੇ ਵਿੱਚ ਤੇ ਦੇਖੋ ਡਿਫਰੈਂਟ ਮਾਹੌਲ ਹੁੰਦਾ, ਉੱਥੇ ਕੋਕੋਨਟ ਦੀ ਖੇਤੀ ਆ, ਤਾੜ ਆ, ਹੋਰ ਆ, ਥੋੜਾ ਬਹੁਤ ਧਾਨ ਵੀ, ਤੇ ਜ਼ਿਆਦਾ ਝੋਨੇ ਦਾ ਹੀ ਉੱਥੇ ਖੇਤੀ ਹੁੰਦੀ ਹੈ ਕਿਉਂਕਿ ਬਾਕੀ ਦੀ ਉਹ ਮਾਹੌਲ ਜਾਂ ਮੌਸਮ ਉੱਥੋਂ ਦਾ ਬਹੁਤਾ ਖੇਤੀ ਦੀ ਅਨੁਕੂਲ ਨਹੀਂ ਹੈਗਾ ਤੇ ਖੇਤੀ ਹੈਂਡ ਟੂ ਮਾਊਥ ਹੀ ਸਮਝੋ ਤੁਸੀਂ। ਇਸ ਲਈ ਜਿਹੜੇ ਮੁੱਦੇ ਅਸੀਂ ਉੱਥੇ ਜਿਨ੍ਹਾਂ ਨੂੰ ਪ੍ਰਚਾਰ ਕੇ ਆਏ ਆ, ਉਹ ਕੱਲਾ ਇਹ ਹੀ ਨਹੀਂਗਾ ਖੇਤੀ ਦਾ ਮਾਮਲਾ। ਅਸੀਂ ਲਗਾਤਾਰ ਮੈਸੇਜ ਇਹ ਦਿੱਤਾ ਕਿ ਪੂਰੇ ਦੇਸ਼ ਦੀ ਆਜ਼ਾਦੀ ਨੂੰ ਖਤਰਾ। ਲਿਬਰਲ ਏਜੰਡਾ ਜਿਹੜਾ ਲੈ ਕੇ ਆਏ ਮੋਦੀ ਜੀ, ਉਹ ਤੇ ਦੇਸ਼ ਦੀ ਬਣੀ ਬਣਾਤੀ ਸਾਰੀ ਜਾਇਦਾਦ, ਸਾਰਾ ਪਬਲਿਕ ਸੈਕਟਰ ਸਾਰਾ ਵੇਚ ਦੇਣਾ ਚਾਹੁੰਦੇ ਆ ਦੋ ਹੀ ਬੰਦਿਆਂ ਨੂੰ, ਤੇ ਉਹਦੇ ਵਿੱਚੋਂ ਫਿਰ ਜਿਹੜਾ ਇੰਨਾ ਭੰਡਾਰਨ ਕੀਤਾ ਜਾਊ ਚੀਜ਼ਾਂ ਦਾ, ਲੋਕਾਂ ਨੂੰ ਭੁੱਖਮਰੀ 'ਚ ਸੁੱਟ ਕੇ ਖਤਮ ਕੀਤਾ ਜਾਊ। ਜ਼ਮੀਨਾਂ ਦਾ ਕਬਜ਼ਾ ਤੇ ਇੱਕ ਪਾਸੇ ਰਿਹਾ, ਜਿਹੜਾ ਕੰਜ਼ਿਊਮਰ ਆ, ਭਾਵੇਂ ਉਹ ਵਰਕਰ ਆ, ਭਾਵੇਂ ਉਹ ਕਰਮਚਾਰੀ ਹੈਗਾ, ਉਹ ਸਾਰੇ ਉਹਨਾਂ ਦੀ ਖਰੀਦ ਸ਼ਕਤੀ ਇੰਨੀ ਨਹੀਂ ਹੋਊ ਕਿ ਉਹ ਢਿੱਡ ਭਰ ਕੇ ਰੋਟੀ ਖਾ ਪਾਉਣਗੇ। ਇਸ ਕਿਸਮ ਦੀਆਂ ਸਕਾਈ ਰੌਕਟਿੰਗ ਪ੍ਰਾਈਸਿਸ ਹੋ ਜਾਣਗੀਆਂ। ਤੁਸੀਂ ਹੁਣੇ ਹੀ ਦੇਖ ਲਓ ਜਿਹੜੀ ਜਿਹਨੂੰ ਗੈਸ ਦੀ, ਡੀਜ਼ਲ ਦੀ, ਪੈਟਰੋਲ ਦੀ ਪ੍ਰਾਈਸ ਕਦੀ ਇਹ ਸੁਣੀ ਸੀਗੀ ਤੁਸੀਂ ਕਦੀ? ਮਤਲਬ ਇਹ ਹਾਲਤ ਤੇ ਹੁਣੇ ਹੀ ਬਣੀ ਹੋਈ ਹੈ। ਆਉਣ ਵਾਲੇ ਸਮੇਂ 'ਚ ਇਹ ਕਈ ਗੁਣਾ ਜ਼ਿਆਦਾ ਹੋਊਗੀ ਤੇ ਅਸੀਂ ਇਹ ਪੂਰਾ ਮੈਸੇਜ ਦੇਣ 'ਚ ਕਾਮਯਾਬ ਹੋਏ ਹਾਂ ਕਿ ਇਹ ਸਮੁੱਚੇ ਹਰ ਜਿੰਦਾ ਇਨਸਾਨ ਦੀ ਲੜਾਈ ਆ। ਇੱਕ ਪਾਸੇ ਮੋਦੀ ਜੀ, ਅਮਿਤ ਸ਼ਾਹ ਔਰ ਉਹਨਾਂ ਦੇ ਦੋ ਹੀ ਜਿਹੜੇ ਮੇਨ ਲੀਡਰ ਹੈਗੇ ਆ ਕਾਰਪੋਰੇਟ ਜਗਤ ਦੇ ਵਿੱਚ, ਉਹਨਾਂ ਦੇ, ਔਰ ਦੂਜੇ ਪਾਸੇ ਸਮੁੱਚੀ ਸਮੂਹ ਜਨਤਾ। ਉਹਦੇ ਵਿੱਚ ਬੀਜੇਪੀ ਦੇ ਵੀ ਕਈ ਧੜੇ ਇਹੋ ਜਿਹੇ ਹੈਗੇ ਜਿਹੜੇ ਕਿਸਾਨਾਂ ਦੀ ਸਪੋਰਟ। ਅੱਜ ਮਲਿਕ ਸਾਹਿਬ ਦੇਖਿਆ ਤੁਸੀਂ, ਉਹ ਬਿਲਕੁਲ ਇੱਥੇ ਮਲਵਿੰਦਰ ਕੰਗ ਜਿਹੜਾ ਇਹਨਾਂ ਦਾ ਇੱਥੇ ਸਪੋਕਸਮੈਨ ਹੁੰਦਾ ਸੀ, ਸਾਡੇ ਯੂਨੀਵਰਸਿਟੀ ਦਾ ਯੰਗ ਸਟੂਡੈਂਟ, ਉਹ ਕਾਫੀ ਦੇਰ ਰਿਹਾ ਤੇ ਬੜਾ ਜ਼ੋਰ ਦੀ ਬੋਲਦਾ ਸੀ। ਜਿੱਦਣ ਦੇਖਿਆ ਕਿ ਆਹ ਹੋ ਗਿਆ, ਉਹਨੇ ਪਹਿਲੇ ਝਟਕੇ ਹੀ ਜਾਣੀ ਪਰਾਂ ਹੋ ਗਿਆ। ਜਦੋਂ ਸਿੰਘੂ ਬਾਰਡਰ ਤੇ ਚਲੇ ਗਏ ਕਿਸਾਨ, ਉਹਨੇ ਕਿਹਾ ਹੱਥ ਜੋੜੇ, ਇਹਨਾਂ ਤੋਂ ਮਾਫ ਕਰੋ, ਇਹ ਭੂਤਾਂ ਤੋਂ ਬਚਾਓ, ਇਹ ਦੇਸ਼ ਤੋਂ ਬਚਾਓ, ਅਸੀਂ ਨਹੀਂ ਖੜੇ ਹੋ ਸਕਦੇ। ਉਹ ਬਚ ਗਿਆ। ਜਿਹੜਾ ਰਾਜਨਾਥ ਦਾ ਵੀ ਬਿਆਨ ਜਿਹੜਾ ਆਇਆ, ਉਹ ਵੀ ਤੁਹਾਨੂੰ ਕਿ ਹੁਣ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ, ਉਹ ਇਸੇ ਫਿਦਰਤ ਵਿੱਚੋਂ ਆ ਕਿ ਉਹ ਇਹ ਅੜੀਅਲ ਉਹ ਸਮਝਾਉਣਾ, ਜਿਸ ਤਰ੍ਹਾਂ ਨਾ ਮੋਦੀ ਜੀ ਨੂੰ ਸਮਝਾਇਆ ਕਿ ਅੜੀਅਲ ਵਤੀਰਾ ਛੱਡੋ, ਨਹੀਂ ਤਾਂ ਪਾਰਟੀ ਦਾ ਪੱਤਾ ਸਾਫ਼ ਹੀ ਆ। ਕੁਛ ਸੂਬਿਆਂ 'ਚ ਤਾਂ ਹੋ ਗਿਆ, ਬਾਕੀ ਦਿਆਂ 'ਚੋਂ ਉਹ ਅੱਗ ਹੌਲੀ ਹੌਲੀ ਫੁਰ ਕਰਦੀ ਵੱਧ ਰਹੀ ਆ। ਤੇ ਮੈਂ ਲਾਸਟ ਗੱਲ ਇਹੀ ਕਹਿਣੀ ਚਾਹੁੰਦਾ ਕਿ ਪੱਛਮੀ ਬੰਗਾਲ ਦੇ ਵਿੱਚ ਅਸੀਂ ਮਾੜੀ ਅੱਗ ਜਿੱਥੇ ਵੀ ਛੱਡੀ ਜਾ ਸਕਦੀ ਸੀ ਉੱਥੇ ਛੱਡੀ ਆ, ਪਰ ਉਹਨਾਂ ਦੀ ਬੜੀ ਇਨਕਲਾਬੀ ਜ਼ਮੀਨ ਹੈ। ਦੇਖੋ ਸੁਭਾਸ਼ ਚੰਦਰ ਬੋਸ ਨੂੰ ਬਚਾ ਕੇ ਭੇਜਣ ਵਾਲੇ ਕਾਮਰੇਡ ਅਛਰ ਸਿੰਘ ਸ਼ੀਨਾ ਸੀ, ਜਿਨ੍ਹਾਂ ਕਾਬਲ ਪਹੁੰਚਾਇਆ ਸੀ, ਹੈ ਨਾ। ਤਾਂ ਇਸੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਨੈਸ਼ਨਲ INA ਸੀਗੀ, ਉਹਨਾਂ ਦੇ ਵਿੱਚ ਕੌਣ ਸੀਗੇ? ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ ਪੰਜਾਬੀ ਬੜੀ ਵੱਡੀ ਗਿਣਤੀ ਸੀਗੇ, ਦੇਖੋ, ਹੈ ਨਾ। ਢਿੱਲੋਂ, ਸ਼ਾਹ ਨਵਾਜ਼ ਘੱਟ ਗਿਣਤੀਆਂ ਸੀਗੀਆਂ
ਤੇ ਉਹਨਾਂ ਨੂੰ ਫਿਰ ਅਸੀਂ ਦੱਸਿਆ ਕਿ ਬੰਗਾਲੀਆਂ ਦੀ ਪੰਜਾਬੀਆਂ ਦੀ ਫਿਤਰਤੀ ਲੜਾਕੂ ਜਾਂ ਇਨਕਲਾਬੀ ਨਹੀਂ ਹੈ, ਇਹਨਾਂ ਦੀ ਬੜੀਆਂ ਦੂਰ ਦੀਆਂ ਸਾਂਝਾਂ ਹੈਗੀਆਂ ਤੇ ਅਸੀਂ ਤੁਹਾਡੇ ਭਰਾ ਆ, ਅਸੀਂ ਤੁਹਾਡੀ ਧਰਤੀ ਦੇ ਉੱਤੇ ਤੁਹਾਨੂੰ ਯਾਦ ਕਰਾਉਣ ਆਏ ਆ ਪੁਰਾਣੀਆਂ ਦੋਸਤੀਆਂ, ਪੁਰਾਣੀਆਂ ਸਾਂਝਾਂ, ਪੁਰਾਣੀਆਂ ਕੁਰਬਾਨੀਆਂ। ਤੇ ਆ ਜਿਹੜਾ ਠੱਗ ਠੋਲਾ ਆ ਇਹਨੂੰ ਕਿਕ ਆਫ ਫਰਮ ਪਾਵਰ, ਇਹ ਅਸੀਂ ਬੜੇ ਸਾਫ਼-ਸਾਫ਼ ਸ਼ਬਦਾਂ 'ਚ ਬਾਰ-ਬਾਰ ਉੱਥੇ ਕਹਿ ਕੇ ਆਏ ਆ। ਹੁਣ ਦੇਖੋ ਇਸ ਨਗਾਰੇ ਦੀ ਚੋਟ ਦਾ ਅਸਰ ਆਉਣ ਵਾਲੀਆਂ ਚੋਣਾਂ ਤੇ ਕਿੰਨਾ ਹੁੰਦਾ। ਹਾਂਜੀ ਪ੍ਰੋਫੈਸਰ ਸਾਹਿਬ, ਬਸ ਇਹਦੇ ਨਾਲ ਇੱਕ ਗੱਲ ਜੁੜਦੀ ਸੀ ਵੀ ਸੁਭਾਸ਼ ਚੰਦਰ ਬੋਸ ਦੀ ਧਰਤੀ ਤੇ ਪੰਜਾਬ ਦੀ ਧਰਤੀ ਜਦੋਂ ਇਕੱਠੀਆਂ, ਇੱਕ ਕ੍ਰਾਂਤੀਕਾਰੀ ਜੁਝਾਰੂ ਮੰਨੇ ਗਏ ਦੋਨੇ ਕੌਮਾਂ, ਇਹ ਬੰਗਾਲੀ ਵੀ ਤੇ ਪੰਜਾਬੀ ਵੀ। ਸੰਯੁਕਤ ਮੋਰਚੇ ਦੇ ਲੀਡਰ ਜਿਸ ਤਰ੍ਹਾਂ ਆਪਣੀ ਉੱਥੇ ਵੋਟ ਤੇ ਚੋਟ ਕਰਨ ਲਈ ਪਹੁੰਚੇ ਆ, ਤਾਂ ਥੋੜੇ ਸ਼ਬਦਾਂ 'ਚ ਦੱਸ ਦਿਓ ਵੀ ਕਿਸਾਨ ਜਥੇਬੰਦੀਆਂ ਜਿਸ ਮੰਤਵ ਨੂੰ ਲੈ ਕੇ ਅੱਖ ਕੇ, ਕਿਉਂਕਿ ਪੋਲੀਟੀਕਲ ਦਾਇਰੇ ਦੇ ਵਿੱਚ ਜਾਣਾ ਨਹੀਂ ਚਾਹੁੰਦੀਆਂ, ਪਰ ਸਰਕਾਰ ਦੇ 3.5 ਮਹੀਨੇ ਦੇ ਵਤੀਰੇ ਤੋਂ ਬਾਅਦ ਜਿਹੜਾ ਜਥੇਬੰਦੀਆਂ ਨੇ ਫੈਸਲਾ ਕੀਤਾ ਆ, ਇਹ ਦੋ ਜੁਝਾਰੂ ਧਰਤੀਆਂ ਪੰਜਾਬ ਤੇ ਬੰਗਾਲ ਦੀ, ਇਹ ਜਿਹੜਾ ਬੀਜੇਪੀ ਦਾ ਰੱਥ ਜਿਹੜਾ ਉੱਥੇ ਰੋਕ ਦੇਣਗੀਆਂ। ਮੈਂ ਤੁਹਾਨੂੰ ਦੋ ਗੱਲਾਂ ਕਹਿਣਾ, ਇਹ ਬਿਲਕੁਲ ਸਾਨੂੰ ਬਾਰ-ਬਾਰ ਸਵਾਲ ਉੱਥੇ ਵੀ ਹੋਇਆ, ਤੁਸੀਂ ਵੀ ਟੇਢੇ ਢੰਗ ਨਾਲ ਕਰੇ ਹੀ ਦਿੱਤਾ ਕਿ ਵੀ ਜਿਹੜੇ ਕਹਿੰਦੇ ਸੀ ਕੱਲ ਤੱਕ ਅਸੀਂ ਨਾਨ ਪੋਲੀਟੀਕਲ ਆ, ਬੀਜੇਪੀ ਨੂੰ ਹਰਾਉਣ ਵਾਲਾ ਇਹ ਨਾਨ ਪੋਲੀਟੀਕਲ ਨਾਰਾ ਆ, ਇਹ ਬਿਲਕੁਲ ਪੋਲੀਟੀਕਲ ਨਾਰਾ। ਮੈਨੂੰ ਇਸ ਐਡਮਿਟ ਕਰਨ 'ਚ ਕੋਈ ਜਿਹੜੀ ਆ ਸ਼ਰਮ ਨਹੀਂ ਹੈ, ਜਾਂ ਨਾ ਮੈਨੂੰ ਕੋਈ ਇਹਦੇ ਬਾਰੇ ਦੁਬਿਧਾ ਹੈਗੀ ਆ। ਪਰ ਸਵਾਲ ਪਤਾ ਕੀ ਆ, ਪ੍ਰਧਾਨ ਮੰਤਰੀ ਪਾਰਟੀਜ਼ਨ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਮੁੱਚੇ ਤੇ ਹੈ ਨਹੀਂ। ਵਿਰੋਧੀ ਪਾਰਟੀਆਂ ਦੀ ਤਾਂ ਆਵਾਜ਼ ਨਹੀਂ ਸੁਣਨੀ ਚਾਹੁੰਦੇ, ਵਿਰੋਧੀ ਪਾਰਟੀਆਂ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਉਹ ਕਹਿੰਦੇ ਤੁਸੀਂ ਹੁੰਦੇ ਕੌਣ ਹੈ। ਜਿਵੇਂ ਧਾਰਾ 370 ਪਾਸ ਕੀਤੀ ਗਈ, ਹਟਾਈ ਗਈ, ਜਿਵੇਂ CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਧੱਕੇ ਨਾਲ ਪਾਸ ਕੀਤਾ ਗਿਆ, ਜਿਵੇਂ ਤਿੰਨੇ ਕਾਨੂੰਨ ਤੁਸੀਂ ਧੱਕੇ ਨਾਲ ਸੈਂਟਰ ਚੋਂ ਪਾਸ ਕਰਤੇ, ਜਦ ਕਿ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ। ਤੇ ਸਾਡੇ ਸਾਹਮਣੇ ਚਾਰਾ ਕੀ ਆ, ਇਹ ਤੇ ਆਪਣੇ ਆਪ ਨੂੰ ਜਾਣੀ ਦੇਸ਼ ਦੇ ਚੁਣੀ ਹੋਈ ਸਰਕਾਰ ਦੇ ਪ੍ਰਧਾਨ ਮੰਤਰੀ ਜਾਂ ਲੋਕਾਂ ਦੇ ਪ੍ਰਧਾਨ ਮੰਤਰੀ ਨਹੀਂ ਸਮਝਦੇ, ਇਹ ਅਡਾਨੀ ਅਬਾਨੀ ਦੇ ਧੂਤੇ ਸਮਝਦੇ ਆਪਣੇ ਆਪ ਨੂੰ, ਕਿ ਐਨ ਉਹਨਾਂ ਦੀ ਜੋ ਕਹਿਣਗੇ ਯੈਸ ਸਰ ਉੱਥੇ ਕਰਨਾ। ਉਹਨਾਂ ਦੇ ਪੁੱਤ ਪੋਤੀਆਂ ਨੂੰ ਜਾ ਕੇ ਵਧਾਈਆਂ ਦੇਣ ਜੋਗਾ ਟਾਈਮ ਹੈ ਇਹਨਾਂ ਕੋਲੋਂ। ਤੇ ਕਿਸਾਨ ਲੀਡਰਾਂ ਦੇ ਜਿਹੜੀਆਂ ਸ਼ਹੀਦੀਆਂ, ਉਹਨਾਂ ਦਾ ਪਾਰਲੀਮੈਂਟ 'ਚ ਦੋ ਸ਼ਬਦ ਇਹਨਾਂ ਲਈ ਇਹਨਾਂ ਕੋਲ ਹੈ ਨਹੀਂ ਗੇ। ਏਡੇ ਇਹੋ ਜਿਹੇ ਕਦੀ ਕੋਈ ਤੁਸੀਂ ਗਵਰਨੈਂਸ ਦੇ ਡੈਮੋਕ੍ਰੇਸੀ ਕਿਸੇ ਦੇ ਇਹੋ ਜਿਹੇ ਰਾਜ ਕਰਦੇ ਰਾਜਨੀਤਿਕ ਲੋਕ ਜਾਂ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਕਦੀ ਦੇਖੇ? ਤੁਸੀਂ ਕਦੀ ਨਹੀਂ ਦੇਖੋਗੇ। ਲੋਕ ਦੂਸਰੇ ਦਿਨ ਇਹੋ ਜਿਹੇ ਲੋਕਾਂ ਤੋਂ ਰਿਜ਼ਾਈਨ ਲੈ ਲੈਣ। ਅਸੀਂ ਅੱਕ ਕੇ ਇਸ ਗੱਲ ਤੇ ਹੋਇਆ ਕਿ ਦੇਸ਼ ਇਹਨਾਂ ਤੋਂ ਬਚਾ ਲਓ, ਇਹ ਖਾਣ ਲੱਗੇ, ਇਹ ਬੰਦੇ ਨਹੀਂ, ਇਹ ਬੰਦਿਆਂ ਦੇ ਰੂਪ 'ਚ ਸਰਾਲਾਂ ਆ ਜਿਹੜੀਆਂ ਸਾਬਤ ਚੀਜ਼ਾਂ ਨੂੰ ਨਿਗਲ ਜਾਂਦੀਆਂ, ਸੱਕ ਕਰ ਜਾਂਦੀਆਂ। ਇਹ ਸਾਰੇ ਦੇਸ਼ ਦੀ ਪ੍ਰਾਪਰਟੀ ਦੇ ਇਹਨਾਂ ਨੇ ਹਮਲਾ ਕਰਤਾ। ਜਿਹੜੀ ਪਬਲਿਕ ਸੈਕਟਰ ਦੀ ਪ੍ਰਾਪਰਟੀ ਬਣੀ, ਉਹ ਤੇ ਸਾਡੇ ਤੁਹਾਡੇ ਪੈਸਿਆਂ ਦੀ ਬਣੀ ਆ, ਹੈ ਨਾ। ਉਹ ਇਹ ਕੀ ਲੱਗਦੇ, ਮਾਮੇ ਲੱਗਦੇ ਆ। ਇਹ ਕਿਉਂ ਉਹਨੂੰ ਵੇਚੀ ਜਾਂਦੇ ਕੌਡੀਆਂ ਦੇ ਭਾਜੀ? ਬੈਂਕਾਂ ਵੇਚਣ ਸ਼ੁਰੂ ਕਰਦੀਆਂ, LIC ਦੇ ਵਿੱਚ ਹੋਰ ਪੈਰਲਲ ਕੰਪਨੀਆਂ ਖੜੀਆਂ ਕਰਤੀਆਂ, ਉਹਨੂੰ ਢਾਲਾ ਤੇ BSNL ਤੇ ਮੈਨੂੰ ਅੱਜ ਦੱਸਿਆ 80,000 ਬੰਦੇ BRS ਦੇ ਬਾਹਰ ਕੱਢ ਕੇ ਮਾਰੇ, ਖਾਲੀ ਕਰਦਾ। ਜਾਣੀ ਤੁਸੀਂ ਕੋਈ ਦੇਸ਼ ਦੇ ਅੰਦਰ ਜਿਹੜਾ ਜਿੱਥੇ ਲੋਕਾਂ ਨੂੰ ਰਾਹਤ ਮਿਲਣ ਵਾਲਾ ਸੈਕਟਰ ਸੀ, ਜਿੱਥੇ ਦਲਿਤ ਆਪਣੀ ਰਿਜ਼ਰਵੇਸ਼ਨ ਦੇ ਨਾਲ ਥੋੜੀ ਬਹੁਤ ਰਾਹਤ ਉਹਨਾਂ ਨੂੰ ਮਿਲਦੀ ਸੀ, ਸਾਰਾ ਸੈਕਟਰ ਜੇ ਖਤਮ ਕਰ ਦੇਣਾ ਤੇ ਮਾਰਕੀਟ ਦੇ ਵਿੱਚ ਕਿਹੜੇ ਖੜਨਗੇ? ਕਿਹੜੇ ਉਹੀ ਜਿਹੜੇ ਚੁਣਿੰਦੇ ਟੈਕਨੀਕਲ ਲੋਕ ਖੜੇ ਹੋਣਗੇ। ਬਾਕੀ ਤੇ ਹਮਾਂ ਤਮਾਂ ਤੇ ਆਪਾਂ ਤਿਆਰੀ ਕਰ ਲਓ ਕਿ ਸਾਡੇ ਦਿਨ ਜੀਵਨ ਦੇ ਥੋੜੇ ਬਚੇ ਆ। ਇਹ ਹਾਲਤ ਬਣਾਉਣ ਨੂੰ ਇਹ ਚੱਲੇ ਹੋਏ। ਇਸ ਲਈ ਅਸੀਂ ਡਟ ਕੇ ਵਿਰੋਧ, ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਦੁਬਿਧਾ ਤੋਂ ਇਹ ਕਹਿ ਰਹੇ ਹਾਂ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਨਾ ਇਹ BJP ਦੇ ਹੀ ਸਮੁੱਚੀ ਦੇ ਲੀਡਰ ਹੈਗੇ ਆ। ਉੱਥੇ ਵੀ ਬੜੀ ਅੰਦਰ ਜਿਹੜੀ ਉਹ ਸਾਰੀ ਕੁਛ ਭੰਗ ਭੁੱਜ ਰਹੀ ਹੈ। ਪਰ ਇਹਨਾਂ ਦੀ ਜੋ ਨੀਤੀ ਹੈ ਉਹ ਤੇ ਦੇਸ਼ ਮਾਰੂ ਨੀਤੀ ਆ, ਦੇਸ਼ ਦੇ ਵਿੱਚ ਸ਼ਾਂਤੀ ਰੱਖਣ ਵਾਲੀ ਨੀਤੀ ਨਹੀਂ, ਦੇਸ਼ ਨੂੰ ਇਕੱਠੇ ਰੱਖਣ ਵਾਲੀ ਵੀ ਨਹੀਂ। ਇਸ ਲਈ ਅੱਜ ਦਾ ਟਾਈਮ ਇਹ ਆ ਗਿਆ ਕਿ ਆਪਾਂ ਇਹਨਾਂ ਨੂੰ ਹੁਣੇ ਹੀ ਨੱਥ ਪਾ ਲਈਏ, ਨਹੀਂ ਤੇ ਸਾਡਾ ਇਸ ਦੇਸ਼ ਵਿੱਚ ਜੀਣਾ ਆਉਣ ਵਾਲੇ ਸਮੇਂ 'ਚ ਬੜਾ ਮੁਸ਼ਕਲ ਹੋ ਜੂ। ਹਾਂਜੀ ਕਰਨਾ। ਬੀਜੇਪੀ ਦੀ ਜਿੱਦਾਂ ਅੰਦਰ ਖਲਬਲੀ ਮਚੀ ਹੋਈ, ਸੱਤਿਆ ਮਲਿਕ ਦਾ ਬਿਆਨ ਆਉਣਾ, ਰਾਜਨਾਥ ਵੀ ਘੁੱਟਵੇਂ ਬਿਆਨ ਦਿੰਦਾ ਆ। ਕਿਤੇ ਨਾ ਕਿਤੇ ਬੀਜੇਪੀ ਦੇ ਅੰਦਰ ਵੀ ਇਦਾਂ ਦੇ ਹਾਲਾਤ ਚੱਲ ਰਹੇ ਆ ਕਿ ਜੇ ਜਿੱਦਾਂ ਦੇ ਹਾਲਾਤ ਪੰਜਾਬ ਵਿੱਚੋਂ ਬੀਜੇਪੀ ਦੇ ਨਿਕਲਣਾ ਬਾਹਰ ਹੋ ਗਿਆ ਲੀਡਰਾਂ ਦਾ, ਹਰਿਆਣਾ ਟੋਟਲ ਬੰਦ, ਰਾਜਸਥਾਨ ਦਾ ਕੁਛ ਹਿੱਸਾ ਤੇ ਪੱਛਮੀ ਯੂਪੀ ਜਿਹੜੀ ਇਸ ਵੇਲੇ ਜਿੱਦਾਂ ਸੰਜੀਵ ਬਾਲੀਅਨ ਵਗੈਰਾ ਉਹਨਾਂ ਦੇ MP ਮੰਤਰੀ ਸੀਗੇ, ਉਹ ਬਿਲਕੁਲ ਯਾਨੀ ਕਿ ਉਹਨਾਂ ਦਾ ਹੁੱਕਾ ਪਾਣੀ ਬੰਦ, ਬਾਈਕਾਟ ਸਮਾਜਿਕ ਹੋ ਚੁੱਕਾ। ਚਾਹੇ ਕਿ ਹਰਿਆਣਾ ਦੀ ਸਰਕਾਰ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਜਿੱਤ ਵੀ ਗਈ ਆ, ਪਰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਅੰਦਰ ਕੋਈ ਨਾ ਕੋਈ, ਜਿੱਦਾਂ ਸੱਤਿਆਪਾਲ ਮਲਿਕ ਦਾ ਆਪਾਂ ਬਿਆਨ ਦੇਖਦੇ ਹਾਂ ਵੀ ਉਹਨੂੰ ਆਪਣੀ ਕੁਰਸੀ ਵੀ ਖੋਹਣੀ ਪੈ ਸਕਦੀ ਆ, ਜਾਂ ਇਹ ਪਟਾਕਾ ਅੰਦਰੋਂ ਅੰਦਰ ਹੀ ਪੈ ਸਕਦਾ ਇਹਨਾਂ ਦਾ। ਦੇਖੋ ਤੇੜ ਤੇ ਆਈ ਹੋਈ ਆ ਬੜੀ ਭਾਰੀ ਪਹਿਲਾਂ ਹੀ, ਉਹ ਅੱਜ ਦੀ ਨਹੀਂ, ਮੈਂ 2 ਮਹੀਨੇ ਦੀ ਦੇਖ ਰਿਹਾ। ਇੱਥੇ ਪੰਜਾਬ ਦੇ ਵਿੱਚ BJP ਦੇ ਜਿਹੜੇ ਸਪੋਕਸਮੈਨ ਆ, BJP ਵੱਲੋਂ ਆਉਂਦੇ ਆ ਟੀਵੀਆਂ ਤੇ,
ਉਹ ਕਹਿੰਦੇ ਜੀ ਆ ਜਿਹੜੀ ਤਰੀਕੜੀ ਆ ਨਾ ਜਿਹੜੀ ਇਹ ਕਿਸੇ ਗੱਲ ਸਿਰੇ ਨਹੀਂ ਲਾ ਸਕਦੀ, ਇਹਨਾਂ ਨੂੰ ਕਿਸਾਨੀ ਮਾਮਲਿਆਂ ਬਾਰੇ ਕੋਈ ਅਕਲ ਨਹੀਂ ਹੈ, ਇਹਨਾਂ ਦੇ ਤੇ ਮਸਲਾ ਲਟਕਾਤਾ। ਤਰੀਕੜੀ ਸਮਝਦੇ ਕਿਹੜੀ ਕਿਹੜੀ? ਆ ਜਿਹੜੇ ਸੋਮ ਪ੍ਰਕਾਸ਼ ਤੇ ਨਰਿੰਦਰ ਤੋਮਰ ਤੇ ਪਿਊਸ਼ ਗੋਇਲ, ਇਹ ਕਹਿੰਦੇ ਵੀ ਇਹਨਾਂ ਨੂੰ ਪਰਾਂ ਕਰੋ। ਉਹ ਖੁਦ ਕਹਿੰਦੇ ਆ ਬੀਜੇਪੀ ਦੇ ਸਪੋਕਸਮੈਨ ਚੈਨਲਾਂ ਤੇ ਆ ਕੇ, ਇਹਨਾਂ ਨੂੰ ਪਰਾਂ ਕਰੋ ਤੇ ਗਡਕਰੀ ਤੇ ਰਾਜਨਾਥ ਨੂੰ ਲਿਆਓ ਜੇ ਤੁਸੀਂ ਕੋਈ ਮਸਲੇ ਦਾ ਹੱਲ ਕੱਢਣਾ। ਤੇ ਇਹ ਜਿਹੜੀ ਤੇੜ ਲਗਾਤਾਰ ਆਈ ਆ ਉਹਦੇ ਵਿੱਚ ਕੋਈ ਕਦੀ ਕਦੀ ਫਾਨਾ ਤੇ ਉਹਨਾਂ ਦੇ ਆਪਣੇ ਬੰਦੇ ਠੋਕੀ ਜਾਂਦੇ ਆ, ਜਿਵੇਂ ਮਲਕ ਨੇ ਠੋਕਤਾ। ਭਾਵੇਂ ਕੰਗ ਸਾਡਾ ਛੋਟਾ ਚਲੋ ਲੀਡਰ ਹੈਗਾ, ਨਵਾਂ ਲੀਡਰ ਆ, ਪਰ ਉਹਨੇ ਵੀ ਮਾੜੀ ਜੀ ਥੋੜੀ ਛੋਟੀ ਮਾਰੀ, ਛੋਟੀ ਥੋੜੀ ਮਾਰੀ ਹੈ ਫਾਨੇ ਦੇ ਉੱਤੇ, ਪਰ ਮਾਰੀ ਤੇ ਹੈਗੀ ਆ। ਉਧਰੋਂ ਕਿਸਾਨਾਂ ਨੇ ਤਾਂ ਵੱਡੇ ਵੱਡੇ ਵਿਧਾਨ ਹੀ ਚੱਕੇ ਹੋਇਆ, ਉਹ ਕਹਿੰਦੇ ਅਸੀਂ ਛੱਡਣਾ ਹੀ ਨਹੀਂ ਆ। ਉਹ ਰੋਜ਼ ਹੀ ਮਾੜੀ ਜੀ ਤੇੜ ਨੂੰ ਹੋਰ ਅੱਗੇ ਵਧਾਉਂਦੇ ਆ, ਰੋਜ਼ ਜਿੱਥੇ ਜਾ ਕੇ ਭਾਸ਼ਣ ਦਿੰਦੇ ਆ। ਅੱਜ ਰਾਜੇਵਾਲ ਜੀ ਇੱਥੋਂ ਗਏ ਆ, ਉਹਨਾਂ ਨੇ ਉੜੀਸਾ 'ਚ 19 ਤਰੀਕ ਨੂੰ ਰੈਲੀ ਕਰਨੀ ਆ, ਵੱਡਾ ਇਕੱਠ ਉੱਥੇ ਹੋ ਰਿਹਾ, ਤੇ ਉੱਥੇ ਜਾ ਕੇ ਇਹਨਾਂ ਦੀ ਹੁਣ ਉੱਥੇ ਕਿਹੜੇ ਉੱਥੇ ਇਹਨਾਂ ਦੇ ਗੱਲ ਇਹਨਾਂ ਦੀਆਂ ਤਾਰੀਫਾਂ ਕਰਨ ਗਏ ਆ, ਇਹਨਾਂ ਦੇ ਕੋਈ ਕੀਰਤਨ ਕਰਨ ਗਏ ਆ, ਉੱਥੇ ਇਹਨਾਂ ਦੀ ਖੱਚ ਕਰਨ ਗਏ ਪੂਰੀ। ਇੱਥੇ ਵੀ ਮੀਡੀਆ ਦੇ ਵਿੱਚ 2 ਚੈਨਲ ਸੀਗੇ, ਮੈਂ ਮਿਲਿਆ ਸੀ ਉਹਨਾਂ ਨੂੰ, ਤੇ ਉਹਨਾਂ ਦੇ ਵਿੱਚ ਕਰਕੇ ਗਏ, ਜਾਣ ਤੋਂ ਪਹਿਲਾਂ ਵੀ ਤੇਲ ਚਾੜ ਕੇ ਗਏ ਆ ਤੇ ਉੱਥੇ ਵੀ ਜਾ ਕੇ ਚੜਾ ਦੇਣਗੇ। ਟਕੈਤ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਹੋਰ ਸਾਰੀ ਜਗ੍ਹਾ ਪੂਰਾ ਐਕਟਿਵ ਆ। ਜੋਗਿੰਦਰ ਯਾਦਵ ਉੱਥੇ ਅਸਾਮ ਵਿੱਚ ਗਿਆ ਸੀ। ਇੱਥੇ ਨਾ ਇਹਨਾਂ ਨੇ ਇੱਕ ਰੋਟੇਸ਼ਨ ਰੋਸਟਰ ਬਣ ਗਿਆ ਕਿ ਜਦ ਤੱਕ ਇਹਨਾਂ ਇਹ ਹੁਣ ਸਾਰੇ ਦੇਸ਼ ਦੇ ਵਿੱਚ ਕਿਸਾਨ ਲੀਡਰ ਹਰ ਸੂਬੇ 'ਚ ਭਾਵੇਂ ਚੋਣਾਂ ਹੋ ਰਹੀਆਂ ਭਾਵੇਂ ਨਹੀਂ ਹੋ ਰਹੀਆਂ, ਕੁੱਪੀ ਤੇਲ ਦੀ ਸਵੇਰੇ ਹੀ ਭਰ ਕੇ ਚੱਲ ਪੈਂਦੇ ਆ ਤੇ ਸ਼ਾਮ ਤੱਕ ਕਈਆਂ ਦੇ ਜੜੀ ਤੇਲ ਦੇ ਆਉਂਦੇ ਆ। ਇਹ ਹੁਣ ਇਹਨਾਂ ਦਾ ਜਦ ਤੱਕ ਜਿਹੜਾ ਬਾਗ ਜਿਹੜਾ ਇਹਨਾਂ ਨੇ ਝੂਠਾ ਜਿਹਾ ਬਾਗ ਖਿਲਾਰਿਆ ਉਹ ਐਨ ਉਹਦੇ ਜੜੀ ਤੇਲ ਦਿੰਦੇ ਨਹੀਂ ਨਾ। ਇਹ ਕਮਲ ਕੱਲਾ ਕੱਲਾ ਨਹੀਂ ਇਹ ਛੱਡਦੇ, ਕਮਲ ਲੱਭ ਲੱਭ ਕੇ ਹੁਣ ਇਹ ਉਹਦੇ ਥੱਲੇ ਜਿਹੜੀ ਦਾਤੀ ਆ ਫੇਰਨਗੇ। ਕਿਸਾਨਾਂ ਕੋਲ ਦਾਤੀ ਤੇ ਹੁੰਦੀ ਆ ਹੈਨਾ, ਤੇ ਉਹ ਛੱਡਦੇ ਨਹੀਂ, ਉਹਦੀ ਵਾਢੀ ਪਾ ਕੇ ਹਟਣਗੇ, ਫੇਰ ਹੀ ਇਸ ਦੇਸ਼ ਜਿਹੜਾ ਬਚਾਅ ਹੋ ਸਕਦਾ। ਇਸ ਲਈ ਜਿਹੜੀ ਤੁਸੀਂ ਤੇੜ ਦੀ ਗੱਲ ਕੀਤੀ ਹੈ ਨਾ, ਉਹ ਤੇੜ ਨੂੰ ਹੀ ਤੇ ਹੋਰ ਉਹਦੇ 'ਚ ਫਾਨੇ ਚਾਰ ਠੋਕਣ ਲਈ ਤੇ ਰੋਜ਼ ਕੋਈ ਨਾ ਕੋਈ ਕਿਸਾਨ ਲੀਡਰ ਜਿਹੜਾ ਬਿਆਨ ਵੀ ਦਿੰਦਾ ਤੇ ਰੈਲੀਆਂ ਵੀ ਕਰ ਰਿਹਾ। ਹਾਂਜੀ ਪ੍ਰੋਫੈਸਰ ਸਾਹਿਬ, ਚਲੋ ਆਪਾਂ ਹੁਣ ਬੰਗਾਲ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆਉਂਦੇ ਆ ਪੰਜਾਬ ਵੱਲ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਅੱਜ ਇੱਕ ਬਿਆਨ ਦਿੱਤਾ ਗਿਆ ਕਿ EVM ਤੇ ਜਿਹੜਾ ਭਰੋਸਾ ਕਰਨਾ ਉਹ ਹਜੇ ਵੀ ਅਸੀਂ ਉਸ ਚੀਜ਼ ਤੇ ਵਿਸ਼ਵਾਸ ਨਹੀਂ ਕਰ ਰਹੇ। ਉਹਨਾਂ ਨੇ ਭਰੋਸੇਯੋਗਤਾ ਤੇ ਸਵਾਲ ਚੱਕੇ ਆ, ਕਿਉਂਕਿ ਉਹ ਪਾਰਟੀਆਂ ਤਾਂ ਹਮੇਸ਼ਾ ਕਰਦੀਆਂ ਹੀ ਆ, ਪਰ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆ। ਇੱਕ ਮੁੱਖ ਮੰਤਰੀ ਵੱਲੋਂ ਸੈਂਟਰ ਸਰਕਾਰ ਦਾ ਜਿਹੜਾ ਨਿਜ਼ਾਮ ਆ ਇਸ ਚੋਣ ਨੂੰ ਲੈ ਕੇ ਉਹਦੇ ਤੇ ਸਵਾਲ ਖੜੇ ਕਰਨੇ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਕੈਪਟਨ ਸਾਹਿਬ ਪਤਾ ਨਹੀਂ ਕੀ ਗੱਲ ਆ, ਜਾਂ ਤੇ ਉਹ ਪੋਲੀਟੀਸ਼ੀਅਨ ਹੀ ਬੜੇ ਸ਼ਰੀਊਡ ਹੈਗੇ ਆ, ਜਾਂ ਕਿਸੇ ਜਿਸ ਤਰ੍ਹਾਂ ਪੁਰਾਣੇ ਕਾਮਰੇਡ ਹੁੰਦੇ ਸੀ ਇਨਕਲਾਬੀ ਗੱਲਾਂ ਇਹੋ ਜਿਹੀਆਂ ਬੜੀਆਂ ਬਾਰ-ਬਾਰ ਇਹੋ ਜਿਹਾ ਕੋਈ ਨਾ ਕੋਈ ਸ਼ੋਸ਼ਾ ਜ਼ਰੂਰ ਛੱਡਦੇ ਆ। ਜਾਣੀ ਸ਼ੋਸ਼ਾ ਨਹੀਂ ਕਹਿਣਾ ਚਾਹੀਦਾ, ਉਹ ਸਟੈਂਡ ਲੈਂਦੇ ਹੈਗਾ। ਤੇ ਇਹ ਮੈਨੂੰ ਉਹਨਾਂ ਦਾ ਸੱਚੀ ਗੱਲ ਆ ਕਿ ਇਹ ਕਹਿਣਾ ਤੇ ਬੜੀ ਚੰਗੀ ਗੱਲ ਆ, ਪਰ ਰਾਹੁਲ ਕਿਉਂ ਨਹੀਂ ਕਹਿੰਦਾ ਡਟ ਕੇ? ਰਾਹੁਲ ਨੂੰ ਤੇ ਉਹਨਾਂ ਦੀ ਮੰਮੀ ਨੂੰ ਡਟ ਕੇ ਇਸ ਗੱਲ ਦੇ ਉੱਤੇ ਲੱਗਣਾ ਚਾਹੀਦਾ ਹੈਗਾ ਵੀ ਮੇਰੀ ਤੇ ਬਾਰ-ਬਾਰ ਅਪੀਲ ਆ, ਤੁਸੀਂ ਵੀ ਇਹ ਚੈਨਲ ਦੇ ਵਿੱਚ ਬਾਰ-ਬਾਰ ਮੁੱਦਾ ਉਠਾਓ। ਜਿਹੜੇ ਸਾਡੇ NRI ਭਰਾ ਆ ਉਹ ਕਹਿੰਦੇ ਕਿ ਤੁਸੀਂ ਜਿੰਨੀਆਂ ਮਰਜ਼ੀ ਤੇਲ ਦੀਆਂ ਕੁੱਪੀਆਂ ਭਰ ਕਮਲ ਦੇ ਜੜ੍ਹਾਂ 'ਚ ਦੇਈ ਜਾਓ, ਇਹ ਸੁੱਕਣਾ ਨਹੀਂ ਹੈਗਾ। ਇਹਦੀ ਜੜ ਬੜੀ ਡੂੰਘੀ ਆ, ਉੱਪਰ ਤੇਲ ਰਹਿ ਜਾਂਦਾ। ਇਹ ਕਾਰਨ ਉਹਦਾ ਇਹ ਕਹਿੰਦੇ ਇਹ ਨਹੀਂ ਕਿ ਲੋਕਾਂ ਵੱਲੋਂ ਤੇਲ ਦੇ ਵਿੱਚ ਕੋਈ ਨੁਕਸ ਹੈਗਾ, ਇਹ ਥੱਲਿਓਂ EVM 'ਚ ਜੜ ਲੱਗੀ ਹੈ ਇਹਦੀ। EVM ਨੂੰ ਕੁਛ ਹੁੰਦਾ ਨਹੀਂ, ਉੱਥੇ ਤੱਕ ਤੇਲ ਪਹੁੰਚਦਾ ਨਹੀਂ। ਉਹ EVM ਜਦ ਤੱਕ ਨਹੀਂ ਹਟਾਓਗੇ ਤੇ ਇਹ ਕਮਲ ਨੂੰ ਤੁਸੀਂ ਕੁਛ ਕਰ ਨਹੀਂ ਸਕਦੇ। ਇਹ ਸਾਨੂੰ ਬੜੇ ਤੁਹਾਡੇ ਕੋਲ ਵੀ ਜ਼ਰੂਰ ਫੋਨ ਆਉਂਦੇ ਹੋਣੇ। ਅਸੀਂ ਖੁਦ ਸਾਡਾ ਲੌਜਿਕ ਬੜਾ ਸਿੰਪਲ ਹੈ, ਤਰਕ ਸਾਡਾ ਇਹ ਹੈਗਾ ਕਿ EVM ਸ਼ੁਰੂਆਤ ਜਾਪਾਨ ਵਰਗੇ ਕੰਟਰੀਜ਼ ਵੱਲੋਂ ਕੀਤੀ ਗਈ, ਉੱਥੇ ਤੇ EVM ਇਸਤੇਮਾਲ ਨਹੀਂ ਕਰਦੇ ਹੈਗੇ। ਇਸੇ ਤਰੀਕੇ ਨਾਲ ਜਰਮਨੀ ਨੇ ਇਸਤੇਮਾਲ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਦੇਖਿਆ ਲੋਕਾਂ ਨੂੰ ਸ਼ੱਕ ਪਿਆ ਵੋਟਰਾਂ ਨੂੰ ਕਿ ਨਹੀਂ ਇਹਦੇ 'ਚ ਧੋਖਾਧੜੀ ਹੋ ਸਕਦੀ, ਉਹਨਾਂ ਨੇ ਬੰਦ ਕਰ ਦਿੱਤਾ। ਇਸੇ ਤਰੀਕੇ ਨਾਲ ਕੁਝ ਹੋਰ ਸਕੈਂਡੀਨੇਵੀਅਨ ਕੰਟਰੀ ਨੇ ਲਿਮਟਡ ਤਰੀਕੇ ਤੇ ਲੈਵਲ ਤੇ ਕੀਤਾ ਸੀ, ਉਹਨਾਂ ਵੀ ਬੰਦ ਕਰਤਾ। ਇੰਗਲੈਂਡ, ਫਰਾਂਸ, ਇਟਲੀ, ਅਮਰੀਕਾ, ਕਿਤੇ ਵੀ ਕਿਸੇ ਵੀ ਡਿਵੈਲਪਡ ਕੰਟਰੀ ਦੇ ਵਿੱਚ EVM ਨਹੀਂ ਹੈ। ਫਿਰ ਇਹ ਕਿਹੜੇ ਏਡੇ ਤਕੜੇ ਆ ਵੀ ਜਿਨ੍ਹਾਂ ਨੂੰ EVM ਦੀ ਬਹੁਤ ਚਾਅ ਚੜਿਆ ਹੋਇਆ। ਤੇ ਇਸ ਲਈ ਜਿਹੜੀ ਇਲੈਕਟ੍ਰੋਨਿਕ ਮਸ਼ੀਨ ਆ ਉਹਦੇ 'ਚ ਤੁਸੀਂ ਕੋਈ ਵੀ ਸੌਫਟਵੇਅਰ ਪਾ ਕੇ ਪ੍ਰੋਗਰਾਮਿੰਗ ਹੀ ਕਰਨੀ ਆ ਨਾ। ਜੇ ਇਜ਼ਰਾਈਲ ਵੱਲੋਂ ਕੋਈ ਇਹੋ ਜਿਹੀ ਡਿਵਾਈਸ ਤੁਹਾਡੇ ਬਾਹਰ ਘਰ ਦੇ ਲਾ ਕੇ ਜਾਂ ਕਿਤੇ ਵੀ ਲਾ ਕੇ ਉਹ ਤੁਹਾਡੇ ਸਾਰੇ ਫੋਨ ਦੀ ਰਿਕਾਰਡਿੰਗ ਵੀ ਕਰ ਸਕਦੇ ਆ ਜੋ ਤੁਸੀਂ ਗੱਲਾਂ ਕਰਦੇ ਆ, ਔਰ ਸਾਰਾ ਉਹਦੇ ਅੰਦਰ ਮਾਲਕੀ ਆ ਉਹ ਵੀ ਚੁੱਕ ਕੇ ਕਾਪੀ ਕਰ ਸਕਦੇ ਆ। ਜੇ ਕਿਸੇ ਦੇ ਲੈਪਟਾਪ ਦੇ ਵਿੱਚ
ਤੁਹਾਨੂੰ ਪਤਾ ਨਾ ਜਿਹੜੇ ਹੁਣੇ ਹੀ ਕੁਝ ਬੰਦੇ ਜਿਹੜੇ ਇੱਥੇ ਭੀਮਾ ਕੋਰੇਗਾਂਵ ਵਾਲੇ ਕੇਸ ਵਿੱਚ ਹੈਗੇ ਆ ਕੁਝ ਐਕਟਿਵਿਸਟ, ਉਹਨਾਂ ਦੇ ਲੈਪਟਾਪ ਦੇ ਵਿੱਚ ਮੇਲ ਪਾਤੀ, ਫੋਲਡਰ ਪਾਤਾ ਪੂਰਾ, ਮਗਰੋਂ ਉਹਦੇ ਤੋਂ ਮੇਲ ਜਿਹੜੀ ਆ ਦੂਜਿਆਂ ਨੂੰ ਵੀ ਭੇਜਤੀ ਤੇ ਸਾਰਿਆਂ ਤੇ 16 ਬੰਦਿਆਂ ਤੇ ਕੇਸ ਬਣਾਤੇ। ਜੇ ਬੰਦੇ ਇੰਜ ਕਰ ਸਕਦੇ ਆ, ਤੁਸੀਂ ਅੰਦਾਜ਼ਾ ਲਾਓ ਗੁਰਨਾਮ ਜੀ, ਤਾਂ ਫਿਰ ਇਹ ਜਿੱਥੇ ਵੋਟਾਂ ਤੇ ਜਿੱਥੇ ਏਡੀ ਵੱਡੀਆਂ ਸਟੇਕਸ ਸੱਤਾ ਦੀਆਂ ਹੋਣ, ਉਹ ਵੀ ਭਾਰਤ ਵਰਗੇ ਏਡੇ ਵੱਡੇ ਦੇਸ਼ ਦੀਆਂ, ਤੇ ਉਹਦੇ ਚ ਕਿਹੜੀ ਆ, ਇਹ ਤੇ ਮਿੰਟ ਲੱਗਦਾ ਆ। ਜੇ ਇਨਸਾਨ ਵੋਟਿੰਗ ਮਸ਼ੀਨਾਂ ਬਣਾ ਸਕਦਾ ਤੇ ਉਹਨਾਂ ਤੋਂ ਕੰਮ ਲੈਣ ਲਈ ਤੇ ਉਹਨਾਂ ਨੂੰ ਵਿਗਾੜ ਕੇ ਕੰਮ ਉਲਟੇ ਵੀ ਕਰਵਾ ਸਕਦਾ। ਇਸ ਲਈ ਇਹਦੀ ਭਰੋਸੇਯੋਗਤਾ ਬੜੀ ਜ਼ਿਆਦਾ ਵੱਡੇ ਪੱਧਰ ਤੇ ਫੈਲੀ ਹੋਈ ਆ। ਵਿਰੋਧੀ ਪਾਰਟੀਆਂ ਨੂੰ ਇਹ ਵੱਡਾ ਮੁੱਦਾ ਬਣਾਉਣਾ ਚਾਹੀਦਾ, ਅੱਜ ਤੋਂ ਹੀ ਲੈ ਕੇ ਇਹਦੇ ਦਿਵਾਲੇ ਹੋਣਾ ਚਾਹੀਦਾ, ਤਾਂ ਜਾ ਕੇ ਇਹ ਦੂਰ ਹੋਊ। ਨਹੀਂ ਤੇ ਕੋੜ ਜਿਹੜਾ ਬੜਾ ਫੈਲ ਗਿਆ। ਔਰ ਫਿਰ ਜੇ ਪਾਰਟੀਆਂ ਤੇ ਤੁਹਾਨੂੰ ਪਤਾ ਗੁਰਨਾਮ ਜੀ, ਪਹਿਲਾਂ ਹੀ ਲੋਕਾਂ ਨੂੰ ਭਰੋਸਾ ਨਹੀਂ, ਹੁਣ ਇਹ ਟਾਰਗੇਟ ਤੇ ਈਵੀਐਮ ਆ ਜਾਣੀ ਆ। ਇਹ ਕਿਸਾਨਾਂ ਨੇ, ਅਸੀਂ ਵੀ ਵੈਸਟ ਬੰਗਾਲ ਤੇ ਕਹਿ ਕੇ ਆਏ ਆ ਕਿ ਈਵੀਐਮ ਹਟਾਓ। ਇਸ ਲਈ ਇਹ ਹੁਣ ਆਉਂਦਾ ਨੈਕਸਟ ਏਜੰਡਾ ਇਹ ਹੋਣਾ। ਤੇ ਲਾਸਟ ਗੱਲ ਮੈਂ ਤੁਹਾਨੂੰ ਇਹ ਕਹਾਂ ਕਿ ਜੋ ਦੇਸ਼ ਦੇ ਹਾਲਾਤ ਅੱਜ ਬਣੇ ਆ, ਇਹ ਦੇਸ਼ ਦੇ ਅੰਦਰ ਬਹੁਤ ਵੱਡਾ ਤੂਫਾਨ ਆਉਣ ਵਾਲਾ। ਜਿਵੇਂ ਕੋਈ ਪਹਿਲਾਂ ਲੱਲ ਹੁੰਦਾ ਨਾ, ਚੁੱਪ ਸੀ, ਉਹ ਕਰੋਨਾ ਸੀ। ਕਰੋਨਾ ਵੇਲੇ ਸਾਰਿਆਂ ਨੂੰ ਘਰੋਂ ਘਰ ਵਾੜਤਾ, ਕਹਿੰਦੇ ਲੱਲ ਬਿਫੋਰ ਸਟਾਰਮ, ਜਾਣੀ ਕਿ ਜਦੋਂ ਹਨੇਰੀ ਆਉਣੀ ਹੁੰਦੀ ਉਦੋਂ ਪਹਿਲਾਂ ਗੁੰਮ-ਸੁੰਮ ਜਿਹਾ ਹੁੰਦਾ, ਗੁੰਮ-ਸੁੰਮ ਦਾ ਟਾਈਮ ਨਿਕਲਿਆ ਤੇ ਮਾੜੇ ਪਹਿਲਾਂ ਦਰਖਤ ਕੋਈ ਹਿੱਲਦਾ, ਕਿਸੇ ਦੇ ਪੱਤੇ ਕੋਈ। ਇਹ ਜਿਹੜੀ ਕਿਸਾਨ ਮੂਵਮੈਂਟ ਆ ਨਾ, ਇਹ ਪਹਿਲਾਂ ਜੇ ਇਧਰੋਂ ਦਰਖਤ ਹਿੱਲਿਆ, ਉਧਰੋਂ ਦਰਖਤ ਹਿੱਲਿਆ, ਪਿੱਛੋਂ ਕਾਲੀ ਹਨੇਰੀ ਐਨ ਜਿਹੜੀ ਵੱਡੀ ਚੱਲੀ ਆਉਂਦੀ ਆ, ਮੈਨੂੰ ਦੇਖ ਰਹੀ ਆ। ਅਜੇ ਬਹੁਤਿਆਂ ਲੋਕਾਂ ਨੂੰ ਜਾਂ ਰਾਜਨੀਤਿਕ ਲੋਕਾਂ ਨੂੰ ਉਸ ਪੱਧਰ ਤੇ ਨਹੀਂ ਦੇਖ ਰਹੀ। ਇਹ ਦੇਖਿਓ, ਇਸ ਦੇਸ਼ ਦੇ ਅੰਦਰ ਆਉਣ ਵਾਲੇ 2 ਸਾਲਾਂ 'ਚ ਇਹੋ ਜਿਹੇ ਤੂਫਾਨ ਰਾਜਨੀਤਿਕ ਥੱਲਿਓਂ ਪਬਲਿਕ ਵੱਲੋਂ ਖੜੇ ਹੋ ਜਾਣੇ ਆ ਕਿ ਜਾਂ ਤੇ ਵੱਡੀ ਸਿਵਲ ਵਾਰ ਲੱਗੂਗੀ। ਮੈਂ ਕਈ ਸਾਲਾਂ ਦਾ ਕਹਿ ਰਿਹਾ, ਹੁਣ ਨਹੀਂ ਕਹਿ ਰਿਹਾ, ਮੈਂ ਅੱਗੇ ਹੋਰ ਅੰਦਾਜ਼ਿਆਂ ਤੇ ਕਹਿ ਰਿਹਾ ਸੀ, ਹੁਣ ਮੈਂ ਉਸ ਨੂੰ ਗਰਾਊਂਡ ਤੇ ਹੁੰਦਾ ਦੇਖ ਰਿਹਾ। ਉਸ ਨੂੰ ਜਿਹੜੀ ਸਾਡੀ ਉਮੀਦ ਕਹਿ ਲਓ ਜਾਂ ਜਿਹੜੀ ਅਸੀਂ ਪ੍ਰੋਜੈਕਸ਼ਨ ਕਰਦੇ ਸੀ, ਉਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ। ਕਦੀ ਏਡੀ ਵੱਡੀ ਕਿਸਾਨ ਮੂਵਮੈਂਟ ਤੁਸੀਂ ਦੁਨੀਆ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਆਜ਼ਾਦ ਦੇਸ਼ 'ਚ ਕਦੀ ਵੀ ਦੇਖੀ ਆ? ਤੁਸੀਂ ਨਾ ਕਦੀ ਸੁਣੀ ਆ, ਨਾ ਪੜ੍ਹੀ ਆ। ਮੈਂ ਤੇ ਸੋਸ਼ਲ ਮੂਵਮੈਂਟ ਪੜ੍ਹਾਉਂਦਾ ਰਿਹਾ, ਮੈਂ ਆਪ ਸਾਰਾ ਪੜ੍ਹਦਾ ਪੜ੍ਹਾਉਂਦਾ ਰਿਹਾ, ਹੈ ਨਾ। ਇਸ ਲਈ ਇਹ ਜੋ ਅੱਜ ਦੇਸ਼ ਦਾ ਮਾਹੌਲ, ਮੋਦੀ ਜੀ ਦੇ ਸਿਰ ਨੂੰ ਸੀਸਾਂ ਦਿਓ ਇਸ ਗੱਲ ਦੀਆਂ ਕਿ ਉਹਨੇ ਲੋਕਾਂ ਦੀ ਹੋਸ਼ ਟਿਕਾਣੇ ਕਰਤੀ, ਮਾਰ ਜੁੱਤੀਆਂ। ਨਹੀਂ ਤੇ ਇਹ ਇੰਨੇ ਨਿਸਲ ਜੇ ਹੋਏ ਪਏ ਰਹਿੰਦੇ ਸੀ, ਸੁੱਤੇ ਹੀ ਨਹੀਂ ਸੀ ਉੱਠਦੇ ਕੁੰਭਕਰਨ ਦੀ ਨੀਂਦ ਤੋਂ। ਹੁਣ ਇਹ ਅੱਖਾਂ ਖੋਲਤੀਆਂ ਲੋਕਾਂ ਦੀਆਂ, ਹੈ ਸਾਡੇ ਤੇ ਰੋਟੀ ਵੀ ਚੱਲੀ, ਸਾਡੀ ਤੇ ਹਵਾ ਵੀ ਗਈ, ਸਾਡੀ ਧਰਤੀ ਵੀ ਥੱਲਿਓਂ ਖਿਸਕਣ ਲੱਗੀ। ਇਹ ਸ਼ੁਕਰ ਕਰੋ ਇਹਨੇ ਐਡੇ ਵੱਡੇ ਜਨ ਸਮੂਹ ਨੂੰ ਲਗਾਤਾਰ ਹਵਾ ਦੇ ਕੇ, ਪੱਖਾ ਚਲਾ ਕੇ, ਉਹ ਜਿਹੜੀ ਅੱਗ ਮਾੜੀ ਜੀ ਚਿੰਗਾੜੀ ਸੀ, ਇਹ ਰੋਜ਼ ਉਹਨੂੰ ਪੱਖਾ ਕਦੀ ਮੋਦੀ ਜੀ ਦਿੰਦੇ ਆ, ਕਦੀ ਅਮਿਤ ਸ਼ਾਹ ਦਿੰਦਾ, ਤੇ ਪਿੱਛੇ ਇਹਨਾਂ ਨੂੰ ਪੱਖੇ ਫੜਾਈ ਜਾਂਦਾ ਆ ਅਡਾਨੀ ਤੇ ਅਬਾਨੀ। ਇਹਨਾਂ ਨੇ ਪੂਰੀ ਅੱਗ ਲਾਤੀ ਆ। ਤੇ ਇਹਨਾਂ ਦਾ ਧੰਨਵਾਦ ਕਰੋ ਕਿ ਇਹ ਪੂਰੇ ਦੇਸ਼ 'ਚ ਅੱਗ ਲਾਉਣਗੇ, ਤਾਂ ਹੀ ਇੱਥੇ ਦੀ ਡੈਮੋਕ੍ਰੇਸੀ ਜਿਹੜੀ ਆ ਅਸਲ ਮਾਨਿਆਂ 'ਚ ਇੱਥੇ ਜੜ ਲਾ ਪਾਊਗੀ। ਅਜੇ ਤੇ ਡੈਮੋਕ੍ਰੇਸੀ ਦੇ ਨਾਂ ਤੇ ਦਾਦਾਗਿਰੀ ਆ ਤੇ ਇਹੋ ਜਿਹੀ ਸੋਚ ਆ ਜਿਹੜੀ ਚਿਹਰਿਆਂ ਦੀ ਰਾਜਨੀਤੀ ਦੀ ਸੋਚ ਆ। ਅਜੇ ਕਾਨੂੰਨ ਦੀ, ਸੰਵਿਧਾਨ ਦੀ, ਪ੍ਰੋਗਰਾਮ ਦੀ, ਨੀਤੀ ਦੀ ਕੋਈ ਕਿਸੇ ਕਿਸਮ ਦੀ ਇੱਥੇ ਅਜੇ ਨਾ ਤੇ ਪਾਰਟੀਆਂ ਪਰਵਾਹ ਕਰਦੀਆਂ, ਨਾ ਲੋਕ ਹੀ ਉਸ ਗੱਲ ਦੀ ਸਮਝਦੇ ਆ ਕਿ ਸਿੱਧੂ ਆਜੂ ਤੇ ਸਾਰਾ ਕੰਮ ਹੱਲ ਹੋ ਜੂ, ਬਾਦਲ ਆਜੂ ਤੇ ਪਤਾ ਨਹੀਂ ਹੋਰ ਕੁਝ ਨਵਾਂ ਇੱਥੇ ਕੰਮ ਸ਼ੁਰੂ ਹੋ ਜੂ, ਫਲਾਣੇ ਨੂੰ ਲੱਭ ਲਓ ਯਾਰ ਉਹ ਬੰਦਾ, ਜਿਵੇਂ ਐਵੇਂ ਮਤਲਬ ਸਿਆਣਿਆਂ ਨੂੰ ਲੱਭਦੇ ਆ, ਸਿਆਣੀ ਰਾਜਨੀਤੀ ਨੂੰ ਨਹੀਂ ਅਜੇ ਲੋਕ ਲੱਭਦੇ। ਹਾਂਜੀ ਪ੍ਰੋਫੈਸਰ ਸਾਹਿਬ, ਤੁਸੀਂ ਮੈਨੂੰ ਨਾਂ ਲੈ ਹੀ ਦਿੱਤਾ ਸਿੱਧੂ ਸਾਹਿਬ ਦਾ, ਤਾਂ ਗੱਲ ਛੇੜਨੀ ਜਿਹੜੀ ਆ ਉਹ ਅੱਜ ਦੇ ਅਖਬਾਰਾਂ ਦੇ ਉੱਤੇ ਸੁਰਖੀਆਂ ਬਣੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਬੜੀ ਅੱਜ ਨੇੜੇ ਕਰਕੇ ਜਿਹੜੀ ਲੱਗੀ ਹੋਈ ਆ, ਪਰ ਉਤੋਂ ਵੀ ਹਜੇ ਕੁਝ ਲੱਗ ਰਿਹਾ ਆ ਵੀ ਕੈਪਟਨ ਸਾਹਿਬ ਨੇ ਥੋੜਾ ਜਿਹਾ ਖਿੱਚ ਕੇ ਲਾਗੇ ਨੂੰ ਕੀਤਾ ਆ। ਹਜੇ ਸਿੱਧੂ ਮਨੋ ਜਿਹੜਾ ਆ ਉਹ ਲਾਗੇ ਜਾਣ ਨੂੰ ਤਿਆਰ ਨਹੀਂ। ਜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਇਕੱਠੇ ਹੋ ਕੇ ਪੰਜਾਬ ਦੇ ਭਲੇ ਲਈ ਕੁਝ ਕਰ ਪਾਉਣਗੇ, ਕਿ ਜਾਂ ਹਜੇ ਵੀ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ 2022 ਦਾ ਹੀ ਇਹ ਇੱਕ ਸਟੰਟ ਤਿਆਰ ਕੀਤਾ ਜਾ ਰਿਹਾ? ਦੇਖੋ ਗੁਰਨਾਮ ਜੀ, ਇੱਕ ਮਿਆਨ 'ਚ 2 ਤਲਵਾਰਾਂ ਨਹੀਂ ਪੈਂਦੀਆਂ। ਇਹ ਕੈਪਟਨ ਸਾਹਿਬ ਆ, ਇੱਕ ਤੇ ਉਹ ਆਰਮੀ ਦੀ ਬੈਕਗਰਾਊਂਡ 'ਚ ਆ, ਇਸ ਕਰਕੇ ਉਹਨਾਂ ਨੂੰ ਕੈਪਟਨ ਕਹਿੰਦੇ ਆ। ਦੂਜੇ ਉਹ ਮਹਾਰਾਜਾ ਜੀ ਹੈਗੇ ਆ, ਲੋਕੀ ਉਹਨਾਂ ਨੂੰ ਰਾਜਾ ਨਹੀਂ ਕਹਿੰਦੇ, ਮਹਾਰਾਜਾ ਕਹਿੰਦੇ ਆ। ਮਹਾਰਾਜਾ ਕਹਿੰਦੇ, ਹਾਂ, ਉਹ ਜੀ ਵੀ ਨਹੀਂ ਕਹਿਣਾ ਭੁੱਲਣਾ ਨਾਲ, ਨਹੀਂ ਤੇ ਗੁੱਸਾ ਕਰਦੇ ਆ। ਮਹਾਰਾਜਾ ਜੀ, ਮਹਾਰਾਜਾ ਸਾਹਿਬ, ਉਹ ਦੂਸਰੀ ਫੀਤੀ ਹੋ ਗਈ। ਹਾਂ, ਤੀਸਰੀ ਫੀਤੀ ਉਹਨਾਂ ਦੇ ਹੈਗੀ ਕਿ ਉਹ ਚੀਫ ਮਿਨਿਸਟਰ ਵੀ ਹੈਗੇ ਆ, ਇਲੈਕਟਡ ਚੀਫ ਮਿਨਿਸਟਰ ਵੀ ਹੈਗੇ ਆ। ਤੇ 3 ਸ਼ਕਤੀਆਂ ਤ੍ਰਿਸ਼ੂਲ ਦੀਆਂ ਉਹਨਾਂ ਕੋਲ ਆ।
ਤੇ ਤਿੰਨੇ ਸ਼ਕਤੀਆਂ ਤਰਸ਼ੂਲ ਦੀਆਂ ਨਵਜੋਤ ਸਿੰਘ ਸਿੱਧੂ ਕੋਲ ਵੀ ਆ। ਉਹ ਉਹਨਾਂ ਦੀ ਸਿੱਧੂ ਦੋਨੇ ਪਤਾ ਨਹੀਂ, ਇਹ ਤੁਸੀਂ ਠੀਕ ਕੀਤਾ ਹੋਣਾ, ਮੈਨੂੰ ਨਹੀਂ ਪਤਾ, ਮੈਂ ਕਿਉਂਕਿ ਜਾਤਾਂ ਦਾ ਧਰਮਾਂ ਦਾ ਮੈਨੂੰ ਘੱਟ ਪਤਾ ਹੈਗਾ ਤੇ ਮੈਂ ਸੋਸ਼ੀਓਲੋਜਿਸਟ ਆ, ਪਰ ਇੱਧਰ ਤਵੱਜੋ ਘੱਟ ਗਈ। ਤੁਸੀਂ ਚੰਗਾ ਕੀਤਾ, ਇਹ ਥੋੜੀ ਇਹ ਵੀ ਤਾਰ ਜੋੜਤੀ ਹੈ। ਦੂਜੇ ਪਾਸੇ ਜਿਹੜਾ ਤਰਸ਼ੂਲ ਉਹਦੇ ਕੋਲ ਕੀ ਹੈ, ਜਿਹੜਾ ਲੜਨ ਵਾਲਾ, ਉਹ ਕ੍ਰਿਕਟਰ ਰਹੇ ਆ ਬੜੇ ਤਕੜੇ, ਫੇਮਸ, ਤੇ ਬੜੇ ਸਿੱਕੇ ਚੌਕੇ ਮਾਰਦੇ ਰਹੇ ਆ, ਤੇ ਫੈਨ ਫਾਲੋਇੰਗ ਬੜੀ ਆ। ਤੁਹਾਨੂੰ ਪਤਾ ਸਾਡੇ ਤੇ ਇਹੋ ਜਿਹੀ ਫੜ ਦੇਣੀ ਫੈਨ ਫਾਲੋਇੰਗ ਹੁੰਦੀ ਆ। ਦੂਜਾ ਉਹ ਜਿਹੜਾ ਠੱਠਾ ਮਖੌਲ ਵਾਲਾ ਇੱਕ ਕੋਈ ਟੀਵੀ ਚੈਨਲ ਦੇ ਉੱਤੇ ਕਾਫੀ ਕਰਦੇ ਆ, ਤੇ ਉਹ ਮੈਨੂੰ ਮੈਂ ਕਦੀ ਵੇਖਿਆ ਤੇ ਨਹੀਂ, ਇੱਕ ਦੋ ਵਾਰੀ ਵੇਖਿਆ, ਉੱਥੇ ਇਹਨਾਂ ਦਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਭਲ ਹੈਗੀ ਆ। ਤੀਜਾ ਇਹ ਤੁਹਾਨੂੰ ਪਤਾ ਵੀ ਜਿਵੇਂ ਪਾਰਟੀਆਂ ਦੇ ਵਿੱਚ ਵੀ ਕੋਈ ਛੋਟੀ ਪਾਰਟੀ 'ਚ ਨਹੀਂ ਜਾਂਦੇ, ਹੁਣ ਪੋਲੀਟੀਕਲ ਕੈਰੀਅਰ ਵੀ ਤੇ ਪਾਰਟੀ ਪੋਲਿਟਿਕਸ ਦਾ ਵੀ ਤੇ ਇਹਨਾਂ ਕੋਲ ਇੱਕ ਗੁਰਜ ਹੈਗਾ ਨਾ। ਇਹ ਜਿਹੜੇ ਤਿੰਨ ਗੁਰਜੀ ਉਹਨਾਂ ਕੋਲ ਆ ਆਪਣੀ ਸ਼ੋਭਾ ਦੇ, ਤੇ ਤਿੰਨ ਗੁਰਜੀ ਸ਼ੋਭਾ ਦੇ ਇਹਦੇ ਕੋਲ ਆ। ਇਹ ਕਲਾਕਾਰੀ ਜਿਹੜੀ ਹੈ ਸਿੱਧੂ ਸਾਹਿਬ ਕੋਲ ਪਲੱਸ ਆ ਵੀ, ਜਾਣੀ ਉਹਦੇ ਜਿਹੜੇ ਕੈਪਟਨ ਸਾਹਿਬ ਜਿਸ ਢੰਗ ਨਾਲ ਭਾਸ਼ਣ ਦਿੰਦੇ ਆ, ਇਹ ਉਹਦੇ ਨਾਲ ਸਟੇਜ ਦੇ ਉੱਤੇ ਜ਼ਿਆਦਾ ਰੰਗ ਬੰਨ੍ਹਦੇ ਆ। ਸਿੱਧੂ ਸਾਹਿਬ ਤੁਹਾਨੂੰ ਪਤਾ ਹੀ ਆ, ਡਰਾਮੈਟਿਕ ਢੰਗ ਦੇ ਨਾਲ ਦਾ ਹੈ ਨਾ, ਚੌਕੇ ਛਿੱਕੇ ਮਾਰਦੇ ਆ ਉੱਥੇ, ਤੇ ਲੋਕਾਂ ਨੂੰ ਬੜੇ ਪਸੰਦ ਆਉਂਦੇ ਆ। ਅੱਛਾ, ਇਸ ਕਰਕੇ ਹੁਣ ਇਹ ਦੋ ਇਹੋ ਜਿਹੇ ਲੀਡਰ ਜਿਹੜੇ ਆਪਣੇ ਆਪਣੇ ਤੌਰ ਤੇ ਹੋਣ, ਤੇ ਉਹਨਾਂ ਨੂੰ ਫਿਰ ਹੁਣ ਕੌਣ ਸਮਝਾਏ? ਕੋਈ ਨਹੀਂ ਸਮਝਾ ਸਕਦਾ। ਜੇ ਉਹਨਾਂ ਨੇ ਲੜਨਾ ਤੇ ਉਹਨਾਂ ਨੇ ਲੜਨਾ ਹੀ ਆ, ਜੇ ਉਹਨਾਂ ਨੇ ਪਿਆਰ ਕਰਨਾ ਤੇ ਪਿਆਰ ਕਰਨਾ ਹੀ ਆ। ਇਹ ਉਹਨਾਂ ਦੀ ਮਰਜ਼ੀ ਹੈ, ਕਿਉਂਕਿ ਸੱਤਾ ਜਦੋਂ ਦੋਵੇਂ ਬਰਾਬਰ ਦੀ ਹੋ ਜਾਏ ਜਾਂ ਬਰਾਬਰ ਦੇ ਆਪਣੇ ਆਪ ਨੂੰ ਲੋਕ ਸਮਝਣ, ਤਾਂ ਉਹਦੇ ਵਿੱਚ ਇਹ ਅਖਿਆਈ ਤੇ ਹੁੰਦੀ ਹੈ ਜਿਹੜੀ ਅੱਜ ਕੈਪਟਨ ਵਰਸਸ ਸਿੱਧੂ ਬਣੀ ਹੋਈ ਹੈ। ਹੁਣ ਸਵਾਲ ਇਹ ਕਿ ਇਹਨਾਂ ਚੋਂ ਦੋਵਾਂ ਚੋਂ ਸਿਆਣਾ ਕਿਹੜਾ, ਜਾਂ ਦੋਵੇਂ ਹੀ ਸਿਆਣੇ ਹੋ ਜਾਣ ਤਾਂ ਉਹ ਫਿਰ ਕੰਮ ਗੰਢ ਧੁੱਪ ਜਿਹਾ ਚੱਲ ਜਾਂਦਾ ਹੁੰਦਾ। ਹਾਲ ਦੀ ਘੜੀ ਮੈਨੂੰ ਐਂ ਲੱਗਦਾ ਕਿ ਦਿਲਾਂ ਦਾ ਜੋੜ ਨਹੀਂ ਹੈ, ਰਾਜਨੀਤਿਕ ਲਾਹੇ ਦਾ, ਜਾਂ ਜਿਹਨੂੰ ਕਹਿੰਦੇ ਆ ਕਿ ਕੋਈ ਕੰਪਰੋਮਾਈਜ਼ ਕਰ ਲੈਂਦਾ ਬੰਦਾ, ਚਲੋ ਕਨੀਨ ਖਾ ਲਓ ਫਿਰ ਉਤਰ ਜਾਊਗਾ ਮਲੇਰੀਆ, ਤੇ ਉਸ ਕਿਸਮ ਦੀ ਥੋੜਾ ਬਹੁਤ ਕੌੜਾ ਕੁੱਟ ਕਰਨ ਵਾਲੀ ਤੇ ਗੱਲ ਹੈਗੀ ਹੈ। ਹੋਰ ਕਿੰਨੀ ਕੁ ਦੇਰ ਘਰੇ ਬਹਿਣਾ? ਸਿੱਧੂ ਦੀ ਵੀ ਤੇ ਦਿੱਕਤ ਹੈਗੀ ਆ ਨਾ, ਕਿ ਤੁਸੀਂ ਖੇਲ ਚੋਂ ਹੀ ਬਾਹਰ ਹੋ ਗਏ ਤੇ ਫਿਰ ਆਪਣੇ ਜੌਹਰ ਕਦੋਂ ਦਿਖਾਣੇ ਆ? ਜੇ ਨਵਜੋਤ ਕੌਰ ਨੂੰ ਵੀ ਉਹ ਜਾਟ ਮਹਾਸਭਾ ਦਾ ਪ੍ਰੋਫੈਸਰ ਸਾਹਿਬ ਦਿੱਤਾ ਨਾ ਉਹਦਾ, ਇਹ ਦੇਖ ਲਓ ਸਾਡੀ ਡੈਮੋਕ੍ਰੇਸੀ ਵੀ। ਜਾਣੀ ਮੈਂ ਚੌਥਾ ਵੀ ਫਿਰ ਖੰਭ ਲਾ ਦਿੰਦਾ ਉਹਨਾਂ ਦੀ ਟੋਪੀ 'ਚ, ਜਿਹੜੀ ਕਹਿੰਦੇ ਹੁੰਦੇ ਨਾ, ਮੈਂ ਨਹੀਂ ਫੈਦਰ ਦਿੰਦਾ ਕੈਪ, ਅੰਗਰੇਜ਼ੀ 'ਚ ਕਹਿੰਦੇ ਆ, ਉਹ ਪੰਜਾਬੀ 'ਚ ਤੇ ਟੋਪੀ ਕਹਿੰਦੇ ਆ, ਟੋਪੀ ਨਹੀਂ ਕਹਿਣਾ ਚਾਹੀਦਾ ਹੈ ਨਾ। ਤੇ ਉਹਨਾਂ ਦੀ ਦਸਤਾਰ 'ਚ ਚੌਥਾ ਖੰਭ ਇਹ ਲਾ ਦਿੰਦੇ ਆ ਕਿ ਇਹ ਜਾਟ ਮਹਾਸਭਾ ਜੀ ਉਹਨਾਂ ਦੇ ਪ੍ਰਧਾਨ ਆ। ਦੇਖੋ ਇਹ ਕੰਮ ਬਾਕੀ ਆ, ਇਹ ਡੈਮੋਕ੍ਰੇਸੀ ਦੇ ਕੰਮ ਆ ਕਿ ਤੁਸੀਂ ਜਾਤਾਂ ਦੇ ਨਾਂ ਤੇ ਕਈ ਕੁਛ ਕਰਦੇ ਆ ਨਾ। ਇਹ ਬਹੁਤ ਮਾੜੀ ਗੱਲ ਆ, ਇਹਦੇ 'ਚੋਂ ਇਹਨਾਂ ਨੂੰ ਰਿਜ਼ਾਈਨ ਦੇਣਾ ਚਾਹੀਦਾ ਤੇ ਪਰਾਂ ਹੋਣਾ ਚਾਹੀਦਾ। ਤੇ ਨਾਲ ਹੀ ਨਵਜੋਤ ਕੌਰ ਸਿੱਧੂ ਨੂੰ ਕਹਿੰਦੇ ਔਰਤਾਂ ਦੇ ਵਿੰਗ ਦਾ ਪ੍ਰਧਾਨ ਬਣਾ ਦਿੰਦੇ ਆ, ਬਰਾਬਰ ਦੀ ਚੋਟ ਆ। ਤੇ ਇਸ ਲਈ ਇਹ ਕੰਮ ਜਿਹੜੇ ਆ ਨਾ, ਜਾਤਾਂ ਜੂਤਾਂ ਦੇ ਨਾਂ ਤੇ ਕੋਈ ਸਭਾ ਬਣਾਉਣੀਆਂ, ਉਹ ਬਣਾਈਆਂ ਤੇ ਹੈ ਲੋਕਾਂ ਨੇ, ਪਰ ਉਹ ਸਮਾਜ ਨੂੰ ਜਿਹੜੀ ਉਹਦੀ ਨੇੜਤਾ ਆਉਣ ਤੋਂ ਤੋੜਦੀਆਂ ਥੋੜਾ, ਹੈ ਨਾ। ਆਪਣੇ ਆਪ ਨੂੰ ਕੌਂਸ਼ੀਅਸ ਕਰਕੇ ਆਪਾਂ ਪਹਿਲਾਂ ਹੀ ਬੜੀ ਸਾਡੀ ਸੁਸਾਇਟੀ ਦੇ ਵਿੱਚ ਤੇੜਾਂ ਪਈਆਂ ਹੋਈਆਂ, ਫਰੈਗਮੈਂਟਡ ਹੈਗੀਆਂ। ਸਵਾਲ ਹੈ ਕਿ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਨਾ ਭੁੱਲੀਏ, ਕਬੀਰ ਫਰੀਦ ਨੂੰ ਨਾ ਭੁੱਲੀਏ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਨਾ ਭੁੱਲੀਏ। ਉਹਨਾਂ ਨੇ ਸਮਾਜ ਨੂੰ ਜੋੜਨ ਦੀ ਤੇ ਮਾਨਵਤਾ ਦਾ ਜਾਨੀ ਵਾਸਤਾ ਪਾ ਕੇ ਸਾਰਿਆਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਸ ਲਈ ਇਹ ਜਿਹੜੇ ਅੜਿੱਕੇ ਬਣੇ ਹੋਏ ਆ ਉਹ ਤੇ ਬਣੇ ਰਹਿਣਗੇ। ਮੈਨੂੰ ਨਹੀਂ ਲੱਗਦਾ ਕਿ ਛੇਤੀ ਇਹ ਜਿਹੜੀ ਈਗੋ ਦੀ ਪ੍ਰੋਬਲਮ ਕਹੋ ਜਾਂ ਚਿਹਰਿਆਂ ਦੀ ਪ੍ਰੋਬਲਮ ਕਹੋ, ਇਹ ਰਿਜ਼ੋਲਵ ਹੋਣ ਵਾਲੀ ਆ। ਗੰਢ ਧੁੱਪ ਹੋ ਜਾਊਗਾ, ਡਿਪਟੀ ਚੀਫ ਮਿਨਿਸਟਰ ਬਣਾ ਦੇਣਗੇ ਜਾਨੀ ਇਸ ਤਰ੍ਹਾਂ ਦਾ, ਜਾਂ ਕੋਈ ਤਗੜੀ ਜੀ ਮਿਨਿਸਟਰੀ ਦੇ ਦੇਣਗੇ। ਇੰਨੇ ਕੁ ਦੇ ਨਾਲ ਹਿਰਖ ਮੱਠਾ ਨਵਜੋਤ ਸਿੰਘ ਸਿੱਧੂ ਦਾ ਵੀ ਹੋ ਜਾਊਗਾ। ਪਰ ਜੇ ਨਵਜੋਤ ਸਿੰਘ ਸਿੱਧੂ ਸੋਚਣ ਕਿ ਕੈਪਟਨ ਦੇ ਰਹਿੰਦਿਆਂ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਦੇਣਗੇ, ਉਹ ਮੈਨੂੰ ਥੋੜੀ ਜਿਹੀ ਦੂਰ ਦੀ ਗੱਲ ਲੱਗਦੀ ਆ, ਕਿਉਂਕਿ ਉੱਥੇ ਜਿਹੜੇ ਕੈਪਟਨ ਸਾਹਿਬ ਦੇ ਨੰਬਰ ਜਿਹੜੇ ਥੋੜੇ ਜ਼ਿਆਦਾ ਆ ਰਾਜਨੀਤਿਕ ਤੌਰ ਤੇ ਹਲਕਿਆਂ ਦੇ ਵਿੱਚ। ਜਾਣੀ ਮੈਂ ਨਹੀਂ ਕੋਈ ਨੰਬਰ ਦੇ ਰਿਹਾ, ਮੇਰੇ ਕੋਲ ਹੁੰਦੇ ਤੇ ਮੈਂ ਸਾਰੇ ਸਿੱਧੂ ਨੂੰ ਦੇ ਦਿੰਦਾ ਭਾਵੇਂ, ਕਿਉਂਕਿ ਅਸੀਂ ਤੇ ਪਾਪੂਲਰ ਬੰਦੇ ਨਾਲ ਆ। ਪਰ ਨਵਜੋਤ ਸਿੰਘ ਸਿੱਧੂ ਵੀ ਪੋਲਿਟਿਕਸ ਨੂੰ ਜਿਵੇਂ ਹੁੰਦੀ ਉਂਝ ਨਹੀਂ ਸਮਝਦੇ, ਇਸੇ ਕਰਕੇ ਮਾਰ ਖਾ ਜਾਂਦੇ। ਤੇ ਉਹ ਜਿਹੜਾ ਸੋਲੋ ਸੌਂਗ ਜਿਹੜਾ ਨਾ, ਕਿ ਤੁਸੀਂ ਨਾਲ ਟੀਮ ਲੀਡਰ ਬਣ ਕੇ ਚੱਲਣਾ, 10 ਬੰਦਿਆਂ ਦੀ ਸਲਾਹ ਲੈ ਕੇ ਚੱਲਣਾ, ਉਹਨਾਂ ਦੇ ਵਿੱਚ ਰਹਿ ਕੇ ਚੱਲਣਾ, ਉਸ ਤਰ੍ਹਾਂ ਨਹੀਂ ਉਹ ਕਰ ਪਾਉਂਦੇ ਆ। ਉਹਨਾਂ ਨੂੰ ਲੱਗਦਾ ਕਿ ਮੈਂ ਆ ਬੱਬਰ ਸ਼ੇਰ, ਤੇ ਸ਼ੇਰ ਜੰਗਲ ਦਾ ਰਾਜਾ, ਤੇ ਬਾਕੀ ਭਰਨ ਪਾਣੀ, ਤੇ ਉਧਰ ਹੈਗਾ ਮਹਾਰਾਜਾ, ਤੇ ਇਹ ਹੁਣ ਤੁਸੀਂ ਸਾਰੀ ਗੱਲ ਆਪੇ ਬਾਕੀ ਸਮਝੋ। ਠੀਕ ਹੈ। ਪਰ ਜਾਂਦੇ ਪ੍ਰੋਫੈਸਰ ਸਾਹਿਬ ਆਪਾਂ ਇੱਕ ਗੱਲ ਕਰਦੇ ਆ ਵੀ ਜਿਸ ਤਰ੍ਹਾਂ ਆਪਾਂ ਇਹ ਰਾਜਨੀਤੀ ਪੰਜਾਬੀ ਦੀ ਗੱਲ ਕੀਤੀ ਕਿ ਜਾਗਿਆ ਹੋਇਆ ਕਿਸਾਨ
ਜਾਗੀ ਹੋਈ ਸਾਡੀ ਨੌਜਵਾਨੀ। ਪਿਛਲੇ 6 ਮਹੀਨੇ ਤੋਂ ਜਿੰਨੇ ਕ੍ਰਾਂਤੀਕਾਰੀ ਵਿਚਾਰ ਸਾਡੀ ਨੌਜਵਾਨੀ ਦੇ ਦਿਮਾਗ ਦੇ ਵਿੱਚ ਆਏ ਆ, ਥੋੜਾ ਸਮਾਂ ਰਹਿ ਗਿਆ 2022 ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਕੋਈ ਪ੍ਰਭਾਵਿਤ ਕਰਨਗੇ ਇਹ ਕ੍ਰਾਂਤੀਕਾਰੀ ਵਿਚਾਰ, ਜਾਂ ਕਿ ਇਦਾਂ ਹੀ ਜਿਹੜੀਆਂ ਪਰੰਪਰਾਗਤ ਜਿਹੜੀਆਂ ਪਾਰਟੀਆਂ ਚੱਲੀਆਂ ਜਾਂਦੀਆਂ ਉੱਤਰ ਕਾਟੋ ਮੇਰੀ ਵਾਰੀ ਇਦਾਂ ਹੀ ਚੱਲਦੀ। ਦੇਖੋ, ਪ੍ਰਭਾਵਿਤ ਕਰਨ ਦਾ ਸਬੂਤ ਤਾਂ ਮੈਂ ਇਹੀ ਦੇ ਦਿੰਦਾ ਕਿ ਹਰ ਚੈਨਲ ਦੇ ਉੱਤੇ ਹਰ ਜਿਹੜਾ ਤੁਹਾਡੇ ਵਰਗਾ ਸੱਜਣ ਐਂਕਰ ਹੈ ਉਹਦੇ ਦਿਲ 'ਚ ਨਾ ਧੁੜਕੜੂ ਲੱਗਾ ਵੀ ਇਹ ਕੁਝ ਹੋਣਾ ਤੇ ਹੈ ਹੀ ਆ, ਤੇ ਕਦੋਂ ਹੋਵੇ ਤੇ ਕਿੱਦਾਂ ਹੋਵੇ ਉਹਨੂੰ ਇਹ ਚਿੰਤਾ ਆ ਵੀ ਇਹ ਨਹੀਂ ਉਹਨੂੰ ਕੋਈ ਸ਼ੱਕ ਹੈਗਾ। ਉਹ ਸਵਾਲ ਸਾਨੂੰ ਕਰਦੇ, ਸਾਰੇ ਕਰਦੇ ਆ ਕਿ ਵੀ ਇਹ ਕੁਝ ਨਹੀਂ ਹੋਊ ਕਿ ਪੁਰਾਣੀ ਮਧਾਣੀ ਰੜਕੀ ਜਾਣਗੇ, ਪਾਣੀ 'ਚ ਪਾ ਕੇ ਨਿਕਲਣਾ ਨਹੀਂ, ਮੱਖਣ ਨਹੀਂ ਨਿਕਲਣਾ ਕੋਈ। ਤੇ ਉਹਨਾਂ ਨੂੰ, ਕਿਉਂਕਿ ਦੇਖੋ ਬੰਦੇ ਤੇ ਸਾਡੇ ਸਿਆਣੇ ਆ, ਪੰਜਾਬ ਦੇ ਬੰਦੇ ਤੇ ਬਹੁਤ ਸਿਆਣੇ ਆ, ਤੇ ਉਹਨਾਂ ਦੀ ਦਿਲੋਂ ਇੱਛਾ ਇਹ ਆ ਕਿ ਇਹਨਾਂ ਨੂੰ ਪਰਾਂ ਸੁੱਟੋ ਯਾਰ, ਜਿਹੜੀ ਆ ਹੁਣ ਵਾਲੀ ਰਾਜਨੀਤਿਕ ਜਮਾਤ ਆ ਇਹ ਫੇਲ ਹੋ ਗਈ ਹੈ, ਇਹਨਾਂ ਨੇ ਲੁੱਟਿਆ ਹੀ ਆ ਸਾਨੂੰ, ਤੇ ਇਹਨਾਂ ਦੀ ਜਿਹੜੀ ਪੰਜਾਬ ਨੂੰ, ਲੋਕਾਂ ਨੂੰ ਇਹਨਾਂ ਨੇ ਫੇਲ ਕਰਤਾ, ਤੇ ਇਹਦੇ ਚੋਂ ਕੋਈ ਨਵੀਂ ਸੋਚ ਤੇ ਰਾਜਨੀਤਿਕ ਸੇਧ ਵੇਦ ਨਿਕਲਣੀ ਚਾਹੀਦੀ ਆ। ਇੰਨੀ ਕੁਰਬਾਨੀ ਲੋਕ ਕਰ ਰਹੇ ਆ ਤੇ ਉਹਦੇ ਚ ਕੋਈ ਸਾਡੇ ਸਿਸਟਮ ਚ ਵੀ ਤਬਦੀਲੀ ਆਉਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਦੇਖੋ, ਪਹਿਲੀ ਗੱਲ ਮੈਂ ਸਾਫ਼ ਕਹਿ ਦਿਆਂ ਕਿ ਜਦੋਂ ਆਲਣੇ ਚੋਂ ਵੋਟ ਇੱਕ ਵਾਰੀ ਡਿੱਗ ਪਏ, ਉਹਨੂੰ ਜਿੰਨੀ ਵਾਰੀ ਮਰਜ਼ੀ ਰੱਖੋ ਫਿਰ ਡਿੱਗਦਾ, ਫਿਰ ਉਹ ਟਿਕਦਾ ਨਹੀਂ ਹੈ। ਇਹ ਚੇਤਨਾ ਇੱਕ ਵਾਰੀ ਜਦੋਂ ਵੱਧ ਜਾਂਦੀ ਹੈ, ਜਿਹੜੇ ਨੌਜਵਾਨ ਅੱਜ ਝੰਡੇ ਲਾ ਕੇ ਚੌਂਕਾਂ 'ਚ ਖੜੇ ਆ ਜਾਂ ਗੱਡੀਆਂ ਅੱਗੇ ਝੰਡੇ ਫੁਰਨ ਫੁਰਨ ਕਰਦੇ, DC ਵਾਂਗੂ ਜਾਂ ਵੱਡੇ ਲੀਡਰ ਵਾਂਗੂ ਝੰਡਾ ਕਿਸਾਨੀ ਦਾ ਇਹ ਜਿਹੜਾ ਫੁਰ ਫੁਰ ਕਰਦਾ ਜਾਂਦਾ ਅੱਗੇ ਕਾਰ ਦੇ ਜਾਂ ਮੋਟਰਸਾਈਕਲ ਦੇ, ਤੁਹਾਡਾ ਕੀ ਖਿਆਲ ਹੈ ਕਿਤੇ ਉਹਨਾਂ ਦੇ ਮਨ 'ਚੋਂ ਇਹ ਪਿਕਚਰ ਜਾਣ ਵਾਲੀ ਆ? ਕਦੀ ਵੀ ਨਹੀਂ ਜਾਊਗੀ। ਇਸ ਲਈ ਜਿਹੜਾ ਅੱਜ ਏਕਤਾ ਦਾ, ਇੱਕ ਜਨ ਸ਼ਕਤੀ ਦਾ ਜਾਂ ਆਪਸੀ ਸਦਭਾਵਨਾ ਦਾ, ਕੁਰਬਾਨੀ ਦਾ ਮਾਦਾ, ਕੁਝ ਸੈਕਰੀਫਾਈਸ ਕਰਨੀ ਆ, ਕੌਮ ਖਤਰੇ 'ਚ ਆ, ਦੇਸ਼ ਖਤਰੇ 'ਚ, ਇਹ ਸਾਰੀ ਜਿਹੜੀ ਰਾਜਨੀਤਿਕ ਚੇਤਨਾ ਦਾ ਹੜ ਆਇਆ ਹੋਇਆ, ਜਿਹਦੇ 'ਚ ਸਾਰੇ ਹੀ ਤਾਰੀਆਂ ਲੈ ਮਾਰ ਰਹੇ ਆ, ਹੈ ਨਾ, ਤੇ ਇਹ ਛੋਟੀ ਗੱਲ ਨਹੀਂ ਹੈ। ਇਹ ਪਿੱਛੇ ਨਹੀਂ ਜਾ ਸਕਦੀ, ਇਹ ਅੱਗੇ ਨੂੰ ਜਾਊਗੀ। ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਕਿ ਦੇਸ਼ ਦੇ ਅੰਦਰ ਇੱਕ ਵੱਡਾ ਤੂਫਾਨ ਆਉਣ ਵਾਲਾ? ਉਹ ਕਿਹੜੇ ਬੇਸ ਤੇ ਕਿਹਾ? ਇਹਨਾਂ ਗੱਲਾਂ ਤੇ ਕਿਹਾ ਜਿਹੜੀ ਤੁਸੀਂ ਮੈਨੂੰ ਗੱਲ ਪੁੱਛ ਰਹੇ। ਬਿਲਕੁਲ ਜੀ, ਬਿਲਕੁਲ। ਇਹ ਹੁਣ ਪਿੱਛੇ ਨਹੀਂ ਹਟਣ ਵਾਲੀ, ਇਹ ਅੱਗੇ ਜਾਣੀ ਆ। ਇਹ ਜਾਂ ਤੇ ਸਿਸਟਮ ਕੇਵਿਨ ਕਰਕੇ ਇਹਨਾਂ ਨੂੰ ਸਾਂਭ ਲਊਗਾ, ਜਾਂ ਫਿਰ ਉਹ ਢਹਿ ਢੇਰੀ ਹੋ ਜਾਊਗਾ, ਉਹਦੇ ਤੇ ਭੰਗੜੇ ਪਾਉਣਗੇ, ਤੇ ਫਿਰ ਅੱਗੇ ਕੀ ਬਣਦਾ ਉਹ ਰੱਬ ਜਾਣੇ। ਉਹ ਏਡੀ ਛੇਤੀ ਇੱਕਦਮ ਸੌਖਾ ਨਹੀਂ ਹੁੰਦਾ। ਇਸ ਕਿਸਮ ਦਾ ਇਹ ਇੱਕ ਆਉਣ ਵਾਲਾ ਹੈ। ਸਾਡੇ ਪੰਜਾਬ ਦੀ ਰਾਜਨੀਤੀ ਦਾ ਵੀ ਮੈਂ ਦੱਸ ਦਿਆਂ ਕਿ ਅੱਜ ਦੀ ਤਰੀਕ 'ਚ ਮੈਨੂੰ ਜੋ ਮੈਂ ਸੋਚਦਾ ਵੀ ਹੋਵਾਂ, ਜ਼ਰੂਰੀ ਨਹੀਂ ਸਾਰੀ ਗੱਲ ਕਹੂੰਗਾ, ਕਿਉਂਕਿ ਸਾਡਾ ਸਾਰਾ ਫੋਕਸ 3 ਮੰਗਾਂ ਦੇ ਉੱਤੇ ਹੈ, ਤੇ ਚੌਥੀ ਮੰਗ ਕਿ MSP ਮਿਲਣੀ ਚਾਹੀਦੀ ਹੈ। ਅਸੀਂ ਬਿਲਕੁਲ ਨਹੀਂ ਇੱਧਰ ਉੱਧਰ ਦੀ ਕੋਈ ਗੱਲ ਕਰਨੀ ਚਾਹੁੰਦੇ, ਭਾਵੇਂ ਤੁਸੀਂ ਘੁਮਾਉਣੀ ਵੀ ਚਾਹੋਗੇ ਤਾਂ ਵੀ ਨਹੀਂ ਕਵਾਂਗੇ। ਪਰ ਇਹ ਗੱਲ ਮੈਂ ਫਿਰ ਦੁਹਰਾ ਦਿੰਦਾ ਕਿ ਲੋਕਾਂ 'ਚ ਜਿੰਨੀ ਰਾਜਨੀਤਿਕ ਚੇਤਨਾ ਇਸ ਮੂਵਮੈਂਟ ਦੇ ਦੌਰਾਨ, ਨੌਜਵਾਨਾਂ, ਔਰਤਾਂ, ਲਿਖਾਰੀਆਂ, ਸਪੋਰਟਸਮੈਨ, ਕਿਹੜਾ ਵਰਗ ਆ, ਦਲਿਤਾਂ ਦਾ, ਆ ਹੁਣ 28 ਤਰੀਕ ਨੂੰ ਬੜੀ ਵੱਡੀ ਰੈਲੀ ਲੁਧਿਆਣੇ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰ ਰਹੇ ਹਾਂ, ਸਰ ਲੱਦੜ ਹੋਰ ਸਾਰੇ ਮਿਲ ਕੇ, ਉਹ ਆਪਣੇ ਤੌਰ ਤੇ ਇੱਕ ਵਿਲੱਖਣ ਦਲਿਤ ਰੈਲੀ ਵੱਡੀ ਹੋਊਗੀ। ਉਹਦੇ 'ਚ ਕਿਸਾਨ ਵੀ ਹੋਣਗੇ, ਪਰ ਉਹਦੀ ਲੀਡਰਸ਼ਿਪ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਕਿਸਾਨ ਮੂਵਮੈਂਟ ਦੇ ਹੱਕ ਵਿੱਚ, ਪਹਿਲੀ ਵਾਰੀ ਦਲਿਤ, OBC ਜਿਹੜੇ ਸਮੁਦਾਇ ਸਾਡੇ ਉਹ ਨਹੀਂ ਸੀ ਆਏ ਅਜੇ ਵੱਡੇ ਪੱਧਰ ਤੇ ਧਿਰ ਬਣ ਕੇ, ਉਹ ਉਦਣ ਤੁਹਾਨੂੰ 28 ਤਰੀਕ ਦੀ ਰੈਲੀ 'ਚ ਲੁਧਿਆਣੇ ਦਿਖਣਗੇ। ਕਹਿਣ ਦਾ ਮੇਰਾ ਮਤਲਬ ਹੈ ਕਿ ਕੋਈ ਸੈਕਸ਼ਨ ਬਚਿਆ ਨਹੀਂ। 23 ਨੂੰ ਨੌਜਵਾਨਾਂ ਦਾ ਦੇਖਿਓ ਵੱਡਾ ਕਿਤੇ ਜੋਸ਼ੋ ਖਰੋਸ਼ ਤੁਹਾਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਮਿਲੂਗਾ। ਖਟਕੜ ਕਲਾਂ ਤੋਂ ਜਾਣਾ, ਮਾਰਚ ਜਾਣਾ, ਉਧਰੋਂ ਹਰਿਆਣੇ ਚੋਂ ਜਾ ਰਿਹਾ, ਉੱਥੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਉਧਰ ਨੂੰ ਜਾ ਰਹੇ ਆ, ਲਾਮਬੰਦ ਹੋ ਕੇ 22 ਨੂੰ ਜਾ ਰਹੇ, ਅਗਰਾਹਾਂ ਹੁਣੀ ਵੀ ਲੈ ਕੇ ਜਾ ਰਹੇ। ਕਹਿਣ ਦਾ ਮਤਲਬ ਇਹ ਜਿਹੜੀਆਂ ਰੋਜ਼ ਪਰੇਡਾਂ ਹੋ ਰਹੀਆਂ ਸੜਕਾਂ ਦੇ ਉੱਤੇ, ਵੱਡੇ ਵੱਡੇ ਕੇਸਰੀਆਂ ਬੰਨ ਕੇ ਤੇ ਗਾਣੇ ਗਾ ਕੇ ਇਨਕਲਾਬੀ, ਤੇ ਦਿੱਲੀਏ ਤੇਰਾ ਆਹ ਕਰਾਂਗੇ, ਦਿੱਲੀਏ ਤੂੰ ਆਹ ਕੀਤਾ, ਇਹ ਜਿਹੜੀ ਚੇਤਨਾ ਵੱਧ ਰਹੀ ਆ ਆਏ ਦਿਨ ਲੋਕਾਂ 'ਚ, ਇਹ ਅਜਾਈ ਨਹੀਂ ਜਾਂਦੀ ਹੁੰਦੀ। ਇਸ ਨੇ ਆਪਣਾ ਰੰਗ ਲਿਆਉਣਾ, ਉਹ ਕਿਹੜੇ ਰੂਪ 'ਚ ਲਿਆਉਂਦੀ ਆ? ਟੋਟਲੀ ਸਿਸਟਮ ਨੂੰ ਰਿਜੈਕਟ ਕਰਨ 'ਚ ਲਿਆਉਂਦੀ ਆ, ਜਾਂ ਉਹ ਇਸ ਜਿਹੜੇ ਹੁਣ ਵਾਲੇ ਸੱਤਾਧਾਰੀ ਆ ਇਹਨਾਂ ਦੇ ਹੱਥੋਂ ਸੱਤਾ ਖੋਹ ਕੇ ਕਿਸੇ ਹੋਰ ਨੂੰ ਦੇਣ 'ਚ ਜਾਂਦੀ ਹੈ। ਆਪ ਭਾਵੇਂ ਨਾ ਲੈਣ, ਪਰ ਕਿਸੇ ਹੋਰ ਨੂੰ ਦੇਣ 'ਚ ਜਾਂਦੀ ਹੈ। ਇਹ ਡਿਪੈਂਡ ਕਰਦਾ ਆ ਕਿ ਅਸੀਂ ਮੂਵਮੈਂਟ ਨੂੰ ਕਿੱਥੇ ਕੁ ਜੇ ਆਉਣ ਵਾਲੇ ਸਮੇਂ 'ਚ ਲੈ ਜਾਂਦੇ ਹਾਂ। ਹਾਂਜੀ ਗੁਰਨਾਮ ਜੀ। ਬਸ ਜੀ, ਅੰਤਮ ਸਵਾਲ, ਅਸੀਂ ਕਿਸਾਨੀ ਅੰਦੋਲਨ ਨੂੰ ਲਗਾਤਾਰ ਕਵਰੇਜ ਕਰ ਰਹੇ ਹਾਂ, ਕਿਤੇ ਨਾ ਕਿਤੇ ਗੱਲਾਂ ਬਾਤਾਂ ਇਹ ਚੱਲ ਰਹੀਆਂ ਵੀ ਕਿਸਾਨ ਜਥੇਬੰਦੀਆਂ ਦੀ ਕੋਈ ਬੈਕ ਚੈਨਲ ਸਰਕਾਰ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ, ਜਿਹਦੇ ਵਿੱਚ ਜਿਹੜਾ ਜਮਾਖੋਰੀ ਵਾਲਾ ਬਿੱਲ ਨੂੰ ਛੱਡ ਕੇ ਸ਼ਾਇਦ ਕਿਸਾਨੀ 2 ਬਿੱਲ ਵਾਪਸ
ਹੋਣ ਤੇ ਕੋਈ ਸਹਿਮਤੀ ਬਣ ਸਕਦੀ, ਇਹ ਅਫਵਾਹਾਂ ਹੀ ਆ ਕਿ ਜਾਂ ਕਿਸੇ ਨਾ ਕਿਸ ਤਰ੍ਹਾਂ ਕੋਈ ਕਿਸਾਨ ਜਥਿਆਂ ਦੀ ਬੈਕ ਚੈਨਲ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ? ਦੇਖੋ, ਸਰਕਾਰ ਅਲੱਗ-ਅਲੱਗ ਪ੍ਰਪੋਜ਼ਲ ਦਿੰਦੀ ਆ। ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਦਾ ਵੀ ਨੱਕ 'ਚ ਦਮ ਹੋ ਗਿਆ, ਜਿਵੇਂ ਕਰੋਨਾ ਹੋ ਜੇ ਤੇ ਥੋੜਾ ਜਿਹਾ ਸਾਹ ਲੈਣਾ ਔਖਾ ਹੁੰਦਾ, ਫਿਰ ਉਹਨੂੰ ਆਕਸੀਜਨ ਦਿੰਦੇ ਆ। ਸਰਕਾਰ ਵੀ ਹੁਣ ਹੌਲੀ-ਹੌਲੀ ਵੈਂਟੀਲੇਟਰ ਵੱਲ ਵੱਧ ਰਹੀ ਹੈ। ਸੱਚੀ ਗੱਲ ਤੇ ਇਹੀ ਹੈ, ਬੜਾ ਔਖਾ ਉਹਨਾਂ ਨੂੰ ਵੀ, ਜਾਣੀ ਜਿਹੜੀ ਕਿਸਾਨਾਂ ਦੀਆਂ ਮੰਗਾਂ ਦਾ ਕਰੋਨਾ ਜਿਹੜਾ ਨਾ ਉਹਨਾਂ ਨੂੰ ਫੜੀ ਜਾਂਦਾ, ਤੇ ਇਹਦੇ ਚੋਂ ਨਿਕਲਣ ਲਈ ਉਹ ਕੋਈ ਨਾ ਕੋਈ ਰਾਹ ਲੱਭਦੇ ਆ। ਨੱਕ ਵੀ ਰੱਖਣਾ ਚਾਹੁੰਦੇ ਆ ਤੇ ਨਾਲ ਹੀ ਕਹਿੰਦੇ ਕਿ ਚਲੋ ਇਹਨਾਂ ਨੂੰ ਹੁਣ ਘਰ ਸੈਟੀਸਫਾਈ ਕਰਕੇ ਤੋਰ ਦਈਏ। ਅਸਲੀਅਤ ਮੈਂ ਤੁਹਾਨੂੰ ਇਹ ਦੱਸ ਦਿਆਂ, ਕੋਈ ਵੀ ਫੈਸਲਾ ਹੋ ਜਾਏ ਕਿਸਾਨਾਂ ਵੱਲੋਂ, ਇਹ ਕਾਨੂੰਨ ਤੇ ਗਏ ਹੁਣ ਇਹ ਕਾਨੂੰਨ ਤੇ ਕੂੜਾ ਬਣ ਗਏ। ਔਰ ਕਿਉਂਕਿ ਕੱਲਾ ਸਵਾਲ ਇਹ ਹੀ ਨਹੀਂ ਨਾ, ਕੱਲ ਨੂੰ ਫਿਰ ਲਿਆਉਣਗੇ ਕਿਵੇਂ ਇੱਥੇ ਤੇ ਭੁੰਡਾਂ ਵਾਂਗੂ ਫਿਰ ਇਕੱਠੇ ਹੋ ਜਾਣਗੇ। ਹੁਣ ਲੋਕਾਂ ਨੂੰ ਹਥਿਆਰ ਮਿਲ ਗਿਆ ਨਾ, ਇਹ ਜਿਹੜਾ ਹਥਿਆਰ ਲੋਕਾਂ ਨੇ ਏਕਤਾ ਦਾ, ਵਿਦਰੋਹ ਦਾ, ਐਜੀਟੇਸ਼ਨ ਦਾ, ਲੰਬੇ ਸੰਘਰਸ਼ਾਂ ਦਾ ਇੱਕ ਤਰੀਕਾ ਸਿੱਖ ਲਿਆ। ਇਹਦੇ ਲਗਾਤਾਰ ਇਸ ਹਥਿਆਰ ਥੋੜੀ ਇਹਨਾਂ ਕੋਲ ਖੋਹ ਲੈਣਾ ਸਰਕਾਰ ਨੇ, ਉਹ ਲਗਾਤਾਰ ਰਹੂਗਾ। ਤੇ ਇਸ ਲਈ ਮੇਰੇ ਮਨ ਵਿੱਚ ਇਹ ਹੈ ਕਿ ਪ੍ਰਪੋਜ਼ਲਾਂ ਕੁਛ ਵੀ ਆਉਣ, ਕਿਸਾਨ ਜੋ ਵੀ ਫੈਸਲਾ ਕਰਨਗੇ ਉਹ ਠੀਕ ਕਰਨਗੇ। ਮੈਂ ਉਹਨਾਂ ਨੂੰ ਦੇਖਿਆ ਕਿ ਕਾਫੀ ਸਿਆਣੇ ਆ। ਔਰ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕੋਈ ਵੀ ਇਕੱਲੇ ਦੇ ਵੱਸ ਦੀ ਗੱਲ ਨਹੀਂ। ਅੱਗੇ ਕਹਿੰਦੇ ਨਾ, ਜੇ ਫਲਾਣੇ ਨੇ ਇੰਝ ਕਰ ਲਿਆ ਤੇ ਹੁਣ ਕੀ ਹੋਊ, ਫਲਾਣੇ ਜਿਹੜੇ ਵੀ ਅਲੱਗ ਹੋ ਕੇ, ਇੱਜੜ ਚੋਂ ਅਲੱਗ ਹੋ ਕੇ ਕੁਛ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਦੋ ਵਾਰੀ ਹੋਈ ਹੈ ਨਾ ਤੁਹਾਡੇ ਸਾਹਮਣੇ। ਲੱਖੋਵਾਲ ਯੂਨੀਅਨ ਸੁਪਰੀਮ ਕੋਰਟ 'ਚ ਚਲੇ ਗਈ ਸੀ, ਉਹਦਾ ਬਾਈਕਾਟ ਕਰਕੇ ਚੱਕ ਕੇ ਬਾਹਰ ਮਾਰਿਆ, ਫਿਰ ਬੜਾ ਹੌਲੀ ਜੀ ਕਈ ਦੇਰ ਦੇ ਬਾਅਦ PM ਸਿੰਘ ਵੀ ਕੱਢਿਆ ਬਾਹਰ। ਉਹ ਤੇ ਛੱਡਿਆ ਹੀ ਨਹੀਂ, ਉਹਦੇ ਵਿੱਚੇ ਪੂਰਾ ਹੀ ਕੱਢ ਦਿੰਦਾ ਨਾ ਬਾਹਰ। ਤੇ ਇਸ ਲਈ ਜੇ ਏਡੀ ਵੱਡੀ ਮੂਵਮੈਂਟ ਚੱਲੀ ਜਾਂਦੀ ਹੈ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਕੋਈ ਡਰਦਾ ਕਿ ਮੈਨੂੰ ਮੈਂ ਬਲੇਮਿਸ ਨਾ ਹੋ ਜਾ, ਮੇਰੇ ਤੇ ਸਿੱਟਾ ਨਾ ਪੈ ਜਾਏ। ਮੈਂ ਤੁਹਾਨੂੰ ਉਹ ਗੱਲ ਦੱਸਦਾ, ਇਹ ਕਿਵੇਂ ਆ ਕਿ ਜਦੋਂ ਗਿੱਦੜ ਇੱਕ ਹੌਲ ਕਰਦਾ ਨਾ, ਜ਼ੋਰ ਦੀ ਹਾਊ 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 ਕਰਦਾ, ਉਹਦੇ ਬਾਰੇ ਮਿੱਥਿਆ ਹੈਗੀ ਹੈ ਕਿ ਜਿੱਥੇ ਤੱਕ ਗਿੱਦੜ ਉਹਦੇ ਦੂਸਰੇ ਆਵਾਜ਼ ਸੁਣਦੇ ਆ, ਜੇ ਉਹ ਨਾ ਅੱਗਿਓਂ ਜਵਾਬ 'ਚ ਹਾਊ ਹਾਊ ਕਰਨ ਤਾਂ ਉਹਨਾਂ ਨੂੰ ਡਰਿਆ ਕਿ ਉਹਨਾਂ ਨੂੰ ਖੁਰਕ ਪੈ ਜਾਊਗੀ। ਇਹ ਕਿਸਾਨਾਂ ਦੀਆਂ ਯੂਨੀਅਨਾਂ ਦਾ ਬਿਲਕੁਲ ਇਹੋ ਹਾਲਤ ਆ ਕਿ ਜੇ ਨਾਨਾ ਨਾਲ ਸੁਰ ਸਾਰਿਆਂ ਦੇ ਇੱਕ ਦੂਜੇ ਦੇ ਮਿਲਾਈ, ਤੇ ਜਿਹਨੇ ਅਲੱਗ ਚੁੱਪ ਰਿਹਾ ਜਾਂ ਅਲੱਗ ਸੁਰ ਕੱਢੀ ਤੇ ਉਹਨੂੰ ਖੁਰਕ ਪੈ ਜਾਣੀ ਆ। ਇਸ ਡਰ ਦੇ ਮਾਰੇ ਵੀ ਅਸੀਂ ਖੁਰਕ ਨਹੀਂ ਪਾਉਣੀ, ਉਹ ਸਾਰੇ ਵਿੱਚੇ ਜ਼ੋਰ ਮਾਰੀ ਜਾਂਦੇ ਆ। ਇਹ ਇਹਨਾਂ ਦੀ ਤਾਕਤ ਆ। ਇਤਿਹਾਸ ਦੇ ਵਿੱਚ ਕਈ ਵਾਰੀ ਇਹੋ ਜਿਹੇ ਮੋੜ ਆ ਜਾਂਦੇ ਆ, ਮੂਵਮੈਂਟਾਂ ਇਹੋ ਜਿਹੀਆਂ ਆ ਜਾਂਦੀਆਂ ਕਿ ਜਿੱਥੇ ਗਦਾਰੀ, ਜਿਹਨੂੰ ਸ਼ਬਦ ਅਕਸਰ ਵਰਤਦੇ ਹੁੰਦੇ ਸੀ ਕਾਮਰੇਡ, ਗਦਾਰ, ਉਹ ਕਰਨਾ ਵੀ ਕੋਈ ਚਾਹੇ ਤੇ ਕਰ ਨਹੀਂ ਸਕਦਾ ਹੈ। ਸੁਸਾਈਡ ਤੇ ਕਰ ਸਕਦਾ, ਜਿਹੜੀ ਗਦਾਰੀ ਨਹੀਂ ਹੋ ਸਕਦੀ। ਮੂਵਮੈਂਟ ਪੋਲੀਟੀਕਲੀ ਸੁਸਾਈਡ, ਯਾਨੀ ਮੇਰਾ ਮਤਲਬ ਵੱਡੀ ਕੋਈ ਗਲਤੀ ਕਰ ਲੇ ਤੇ ਉਹ ਲੋਕ ਉਹਨੂੰ ਛੱਡ ਜਾਣਗੇ, ਖਤਮ ਹੋ ਜਾਊਗਾ। ਤੇ ਪੂਰੀ ਦੁਨੀਆ ਦੇਖ ਰਹੀ ਹੈ। ਹਾਂਜੀ। ਇਹ ਤੇ ਐਡੀ ਵਧੀਆ ਇੱਕ ਨਜ਼ਾਰੇਦਾਰ ਮੂਵਮੈਂਟ ਆ। ਇਹਨੂੰ ਤੁਸੀਂ ਕਵਰ ਕਰੀ ਚਲੋ, ਦੇਖੀ ਚਲੋ ਤੇ ਸਿੱਖੀ ਚਲੋ। ਹਾਂਜੀ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ। ਤੁਸੀਂ ਆਪਣਾ ਸਮਾਂ ਬੜਾ ਔਖੇ ਹੋ ਕੇ ਕੱਢ ਕੇ ਦਿੱਤਾ। ਪੰਜਾਬੀ ਨੈਸ਼ਨਲ ਟੀਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੇ ਦਰਸ਼ਕਾਂ ਨੂੰ ਵੀ ਕਰਦੇ ਕਿ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਸਾਡੇ ਪ੍ਰੋਫੈਸਰ ਮਨਜੀਤ ਸਿੰਘ, ਇਹਨਾਂ ਦਾ ਫਿਰ ਤੋਂ ਦੁਬਾਰਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।